ਲਾ ਦੋ ਜਾਣਿਆਂ ਦਾ ਖੂਨ ਸੇਮ ਹੋ ਜਾਵੇ, ਇੱਥੋਂ ਇਹ ਸਾਬਤ ਨਹੀਂ ਹੁੰਦਾ ਵੀ ਉਹਨਾਂ ਦਾ ਧਰਮ ਵੀ ਇੱਕ ਹੋਵੇਗਾ। ਅੱਜ ਇਸ ਬੰਦੇ ਨੇ ਪੰਥ ਨਾਲ ਮੱਥਾ ਲਾਇਆ ਹੈ ਤੇ ਦੁਨੀਆ ਗਵਾਹ ਹੈ ਕਿ ਜਿੰਨੇ ਵੀ ਇਸ ਪੰਥ ਨਾਲ ਮੱਥਾ ਲਾਇਆ ਉਹਦਾ ਨਾਮੋ ਨਿਸ਼ਾਨ ਮਿਟ ਗਿਆ। ਇਹ ਕੋਈ ਮਾਣ ਵਾਲੀ ਗੱਲ ਨਹੀਂ ਹੈ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਆ, ਉਹਨਾਂ ਲਈ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਗੁਰੂ ਸਾਹਿਬਾਨਾਂ ਨੂੰ ਐਸੀ ਕੀ ਕਮੀ ਲੱਗੀ ਉਹਨਾਂ ਦੀ ਵਿਚਾਰ 'ਚ ਕਿ ਗੁਰੂ ਸਾਹਿਬ ਨੂੰ ਇੱਕ ਨਵੀਂ ਵਿਚਾਰਧਾਰਾ ਦੇਣੀ ਪਈ। ਇਹ ਤਾਂ ਉਹਨਾਂ ਦੀ ਸੋਚਣ ਵਾਲੀ ਗੱਲ, ਮਾਣ ਵਾਲੀ ਗੱਲ ਹੈ ਹੀ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਨਹੀਂ ਪੱਥਰ ਪੂਜਦਾ, ਕਿ ਮੋਦੀ ਜੀ ਇਹ ਜ਼ਿਕਰ ਕਰ ਸਕਦੇ ਆ? ਗੁਰੂ ਸਾਹਿਬ ਕਹਿੰਦੇ ਮੈਂ ਰਾਮਾ ਅਵਤਾਰ ਉਹਨਾਂ ਦਾ ਉਲੱਥਾ ਕੀਤਾ ਪਰ ਮੇਰੀ ਕੋਈ ਸ਼ਰਧਾ ਨਹੀਂ ਉਹਨਾਂ ਤੇ। ਕੌਮ ਦੇਖੋ ਹੁਣ ਵਾਰ-ਵਾਰ ਉਹ ਗੱਲਾਂ ਕਰ ਰਹੀ ਹੈ, ਮੌਜੂਦਾ ਜਥੇਦਾਰ ਪੁਰਾਣੇ ਜਥੇਦਾਰ ਨੂੰ ਤਲਬ ਕਰੇ, ਭਰਾਵਾ ਤੈਨੂੰ ਅਹੁਦਾ ਦਿੱਤਾ ਗਿਆ ਸੀ, ਤੂੰ ਐਡਾ ਵੱਡਾ ਗੁਨਾਹ ਕਿਉਂ ਕੀਤਾ? ਦੇ ਕੌਮ ਨੂੰ ਜਵਾਬ। ਇੱਕ ਅਪੀਲ ਬੇਨਤੀ ਜਥੇਦਾਰ ਸਾਹਿਬ ਨੂੰ ਵੀ ਜ਼ਰੂਰ ਕਰਾਂਗਾ ਆਖਰ ਤੇ। ਦੇਖੋ ਜੀ, ਮੈਂ ਭਾਵੇਂ ਇੱਕ ਨਿਮਾਣਾ ਜਿਹਾ ਸਿੱਖ ਹਾਂ, ਮੇਰਾ ਬਹੁਤਾ ਕੋਈ ਵੱਡਾ ਅਹੁਦਾ ਨਹੀਂ, ਮੈਂ ਤਾਂ ਸਿਰਫ ਹੱਥ ਜੋੜ ਬੇਨਤੀ ਕਰ ਸਕਦਾ। ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ ਕਿ ਹੁਣ ਨਿਆਂ ਬਰਾਬਰ ਦਾ ਕਰਿਓ ਜੀ। ਸਿੰਘ ਅੱਜ ਅਸੀਂ ਗੱਲਬਾਤ ਕਰਾਂਗੇ ਕੌਮ ਦੇ ਵਿੱਚ ਭਖ ਰਹੇ ਮੁੱਦਿਆਂ ਤੇ। ਮੁੱਦੇ ਕਿਹੜੇ ਨੇ ਕਿ ਬਾਬਰੀ ਮਸਜਿਦ ਜਿਹੜੀ 1992 ਦੇ ਵਿੱਚ ਢਾਹ ਦਿੱਤੀ ਗਈ ਸੀ, ਉਸ ਤੋਂ ਬਾਅਦ ਉੱਥੇ ਰਾਮ ਮੰਦਿਰ ਜਿਹੜਾ ਉਹ ਖੜਾ ਕਰ ਦਿੱਤਾ ਗਿਆ ਕੁਝ ਦਿਨ ਪਹਿਲਾਂ। ਉੱਥੇ ਵੱਡੇ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੂਰੀ ਆਪਦੀ ਜ਼ਿੰਮੇਵਾਰੀ ਦੇ ਨਾਲ ਉੱਥੇ ਜਿਹੜੇ ਵੱਡੇ ਲੀਡਰ ਕਹਿ ਲਓ ਜਾਂ ਜਿਵੇਂ ਵਿਦਵਾਨ ਕਹਿ ਲਓ ਜਾਂ ਸਿੱਖ ਪੰਥ ਦੇ ਜਿਵੇਂ ਜਥੇਦਾਰ ਹੈਗੇ ਗਿਆਨੀ ਹਰਪ੍ਰੀਤ ਸਿੰਘ, ਇਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਣ ਤੋਂ ਮਨਾ ਕਰ ਦਿੱਤਾ ਕਹਿ ਲਓ, ਜਾਂ ਕਹਿ ਲਓ ਉਹਨਾਂ ਕਿਹਾ ਸੀ ਕਿ ਮੈਂ ਉਹ ਜਿਹੜਾ ਚਿੱਠੀ ਆਈ ਆ, ਮੈਨੂੰ ਸੱਦਾ ਪੱਤਰ ਆਇਆ, ਮੈਂ ਤਾਂ ਪੜ੍ਹ ਕੇ ਨਹੀਂ ਦੇਖਿਆ, ਮੇਰੇ ਕੋਲ ਜੇ ਸਮਾਂ ਹੋਇਆ ਤਾਂ ਦੇਖਾਂਗੇ। ਪਰ ਉਹ ਨਹੀਂ ਪਹੁੰਚੇ। ਚਲੋ ਵਧੀਆ ਗੱਲ ਆ, ਇੱਕ ਧਰਮ ਨੂੰ ਢਾਹ ਕੇ ਦੂਜਾ ਧਰਮ ਖੜਾ ਕਰਨਾ ਤੇ ਉੱਥੇ ਸ਼ਮੂਲੀਅਤ ਕਰਨੀ, ਉਹਨਾਂ ਵਧੀਆ ਫੈਸਲਾ ਲਿਆ ਹੋਵੇਗਾ, ਸ਼ਾਇਦ ਉਹਨਾਂ ਦਾ ਵਧੀਆ ਫੈਸਲਾ ਹੋਵੇਗਾ ਉੱਥੇ। ਉਸ ਤੋਂ ਬਾਅਦ ਜਿਹੜੇ ਪਹੁੰਚੇ ਸਨ, ਗਿਆਨੀ ਕਹੀਏ ਕਿ ਅਗਿਆਨੀ ਕਹੀਏ, ਇਕਬਾਲ ਸਿੰਘ ਇੱਕ ਜਥੇਦਾਰ ਜਿਹੜੇ ਰਹਿ ਚੁੱਕੇ ਨੇ ਪਟਨਾ ਸਾਹਿਬ ਤੋਂ, ਉਹ ਵੀ ਉੱਥੇ ਪਹੁੰਚੇ ਸਨ। ਪਰ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਉੱਥੇ ਪਹੁੰਚਣਾ ਚਲੋ ਕੋਈ ਵੱਡੀ ਗੱਲ ਨਹੀਂ, ਕੋਈ ਵੀ ਜਾ ਸਕਦਾ ਸੀ, ਜਿਹਨੂੰ ਵੀ ਸੱਦਾ ਦਿੱਤਾ ਗਿਆ ਸੀਗਾ ਉਹਦੀ ਮਨ ਦੀ ਮਰਜ਼ੀ ਸੀਗੀ। ਪਰ ਉੱਥੇ ਜਿਹੜਾ ਬਿਆਨ ਦਿੱਤਾ ਸੀਗਾ ਕਿ ਜਿਹੜੇ ਸਿੱਖ ਆ ਜਾਂ ਗੁਰੂ ਗੋਬਿੰਦ ਸਿੰਘ ਆ, ਇਹ ਲਵ ਕੁਸ਼ ਦੀ ਔਲਾਦ ਆ। ਉਸ ਤੋਂ ਬਾਅਦ ਜਿਹੜਾ ਸਿੱਖ ਪੰਥ ਦੇ ਵਿੱਚ ਦੁਵਿਧਾ ਫੈਲ ਗਈ। ਉਹ ਬਿਆਨ ਵੀ ਅਜਿਹੇ ਚੈਨਲ 'ਤੇ ਦਿੱਤਾ ਗਿਆ ਸੀ ਜੋ ਇੰਟਰਨੈਸ਼ਨਲ ਮੀਡੀਆ ਹੈ, ਜਿਨ੍ਹਾਂ 'ਤੇ ਅੱਜ ਦਾ ਰਿਕਾਰਡ ਅੱਜ ਤੋਂ 50 ਸਾਲ ਬਾਅਦ ਵੀ ਉਹ ਪਿਆ ਰਹਿਣਾ, ਜਿਨ੍ਹਾਂ 'ਤੇ ਅੱਜ ਰਿਕਾਰਡ ਦੇਖੀਏ ਤਾਂ ਅੱਜ ਤੋਂ ਪਿਛਲੇ 50 ਸਾਲਾਂ ਦਾ ਵੀ ਮਿਲ ਸਕਦਾ। ਪਰ ਆਉਣ ਵਾਲੇ 50 ਸਾਲਾਂ ਦੇ ਵਿੱਚ ਉਹ ਜਿਹੜਾ ਦਿੱਤਾ ਹੋਇਆ ਬਿਆਨ ਕਿੱਡੇ ਵੱਡੇ ਸਵਾਲ ਖੜੇ ਕਰੇਗਾ। 50 ਸਾਲਾਂ ਨੂੰ ਕੀ, ਅੱਜ ਹੀ ਬੜੇ ਵੱਡੇ ਸਵਾਲ ਜਿਹੜੇ ਉਹ ਖੜੇ ਹੋ ਚੁੱਕੇ ਨੇ ਕਿ ਉਹਨਾਂ ਹੋ ਗਿਆ ਜਾਂ ਕਹਿ ਲਓ ਭਰਮ ਹੋ ਗਿਆ ਇਸ ਚੀਜ਼ ਦਾ ਕਿ ਵਾਕਿਆ ਤਾਂ ਨਹੀਂ ਸਿੱਖ ਲਵ ਕੁਸ਼ ਦੀ ਔਲਾਦ। ਗੁਰੂ ਗੋਬਿੰਦ ਸਿੰਘ ਨੇ ਤਾਂ ਇਹਨਾਂ ਚੀਜ਼ਾਂ 'ਚੋਂ ਕੱਢਿਆ ਸੀਗਾ। ਪਰ ਇਹ ਅੱਜ ਜਥੇਦਾਰ ਇਹ ਗੱਲ ਕਹਿ ਰਿਹਾ। ਜਥੇਦਾਰ ਨੇ ਗੱਲ ਕਿਉਂ ਕਹੀ? ਕੋਈ ਇਹਦੇ ਪਿੱਛੇ ਰਾਜ ਤਾਂ ਨਹੀਂ ਹੋ ਸਕਦਾ। ਬਾਅਦ ਦੇ ਵਿੱਚ ਉਹਨਾਂ ਦੀ ਇੱਕ ਇੰਟਰਵਿਊ ਆਉਂਦੀ ਹੈ ਅਤੇ ਉਹਦੇ ਵਿੱਚ ਉਹ ਦਸਮ ਗ੍ਰੰਥ ਦਾ ਹਵਾਲਾ ਦਿੰਦੇ ਨੇ ਕਿ ਦਸਮ ਗ੍ਰੰਥ ਦੇ ਵਿੱਚ ਸਭ ਕੁਛ ਲਿਖਿਆ ਹੋਇਆ। ਕਈ ਪ੍ਰਚਾਰਕ ਵੀ ਕਹਿੰਦੇ ਨੇ ਕਿ ਅਸੀਂ ਕਦੋਂ ਦੇ ਪਿੱਟਦੇ ਆ ਰਹੇ ਸੀਗੇ, ਪਰ ਕਿਸੇ ਨੇ ਜਾਂ ਜਥੇਦਾਰ ਨੇ ਸਾਡੀ ਸਾਰ ਨਹੀਂ ਲਈ, ਕਿ ਸਾਨੂੰ ਤਲਬ ਕਰ ਲਿਆ ਜਾਂਦਾ ਹੋਰਨਾਂ ਮਸਲਿਆਂ 'ਤੇ। ਅੱਜ ਦੇਖਦੇ ਹਾਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਕਬਾਲ ਸਿੰਘ ਦੇ ਖਿਲਾਫ ਫੈਸਲਾ ਲੈਣਗੇ ਜਾਂ ਨਹੀਂ ਲੈਣਗੇ। ਜੇ ਲੈਂਦੇ ਆ ਤਾਂ ਉਹਨਾਂ ਦੀ ਜਿਹੜੀ ਆ ਜਥੇਦਾਰੀ ਖੁੱਸ ਸਕਦੀ ਆ। ਇਹ ਸਾਰੇ ਜਿਹੜੇ ਵਿਵਾਦ ਚੱਲ ਰਹੇ ਨੇ, ਇੱਕ ਵਿਵਾਦ ਹੋਰ ਬੜਾ ਤਗੜਾ ਚੱਲ ਰਿਹਾ ਸੁੱਚਾ ਸਿੰਘ ਲੰਗਾਹ ਦਾ, ਜਿਨ੍ਹਾਂ ਨੂੰ ਬਲਾਤਕਾਰ ਦੇ ਦੋਸ਼ੀ ਸਾਰੇ ਭਲੀ ਭਾਂਤ ਜਾਣੂ ਨੇ, ਪਰ ਕਿਸੇ ਦਲ ਪੰਥ ਵੱਲੋਂ ਉਹਨੂੰ ਅੰਮ੍ਰਿਤਪਾਨ ਕਰਵਾਇਆ ਜਾਂਦਾ ਤੇ ਉਹ ਅਕਾਲ ਤਖ਼ਤ ਤੋਂ ਛੇਕੇ ਹੋਏ ਸਨ। ਇਹ ਵੀ ਬੜਾ ਵੱਡਾ ਵਿਵਾਦ ਹੈ। ਸਾਰੇ ਵਿਵਾਦਾਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਇੱਕ ਸ਼ਾਰਟ 'ਚ ਸਵਾਲ ਆ ਕਿ ਸਿੱਖ ਵਾਕਈ ਲਵ ਕੁਸ਼ ਦੀ ਔਲਾਦ? ਨਹੀਂ, ਦੇਖੋ ਸਿੱਖ ਲਵ ਕੁਸ਼ ਦੀ ਔਲਾਦ ਏ ਜਿਹੜਾ ਤਾਂ ਪਹਿਲੀ ਗੱਲ ਇਹ ਕਹਿੰਦਾ ਉਹ ਬੰਦਾ ਆਪ ਬੇਈਮਾਨ ਹੋਏਗਾ। ਇਹਦੇ 'ਚ ਕੋਈ ਸੱਚਾਈ ਨਹੀਂ ਆ ਵੀ ਸਿੱਖ ਲਵ ਕੁਸ਼ ਦੀ ਔਲਾਦ ਏ। ਮੈਂ ਤਾਂ ਅਕਸਰ ਇਹ ਗੱਲ ਕਹਿਣਾ ਹੁੰਨਾ ਜੀ ਕਿ ਧਰਮ ਦੀ ਦੁਨੀਆ ਦੇ ਵਿੱਚ ਇਹ ਮੈਟਰ ਹੀ ਨਹੀਂ ਕਰਦਾ ਸਾਡੇ ਪੂਰਵਜ ਕੌਣ ਆ, ਕਿਉਂਕਿ ਦੋ ਜਾਣਿਆਂ ਦਾ ਖੂਨ ਸੇਮ ਹੋ ਜਾਵੇ, ਇੱਥੋਂ ਇਹ ਸਾਬਤ ਨਹੀਂ ਹੁੰਦਾ ਵੀ ਉਹਨਾਂ ਦਾ ਧਰਮ ਵੀ ਇੱਕ ਹੋਵੇਗਾ। ਰਿਸ਼ਤਿਆਂ ਦਾ ਇੱਕ ਹੋਣਾ ਇਹ ਸਾਬਤ ਨਹੀਂ ਕਰਦਾ ਵੀ ਧਰਮ ਵੀ ਇੱਕ ਆ, ਕਿਉਂਕਿ ਧਰਮ ਵਿਚਾਰਧਾਰਾ ਦਾ ਨਾਮ ਹੈ। ਸਿੱਖਾਂ ਦੀ ਗੱਲ ਆਉਂਦੀ ਆ ਵੀ ਅਸੀਂ ਲਵ ਕੁਸ਼ ਦੀ ਔਲਾਦ ਹਾਂ ਕਿ ਨਹੀਂ, ਹਿੰਦੂਆਂ ਦਾ ਹਿੱਸਾ ਹਾਂ ਕਿ ਨਹੀਂ, ਇਹ ਸਾਬਤ ਹੋਏਗਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ। ਹੁਣ ਹਿੰਦੂ ਕਹਿੰਦੇ ਵੀ ਜਨੇਊ ਪਾਉਣਾ ਚਾਹੀਦਾ ਤੇ ਗੁਰੂ ਨਾਨਕ ਸਾਹਿਬ ਉਹਨਾਂ ਦੀ ਬਾਂਹ ਫੜ ਕੇ ਕਹਿ ਰਹੇ ਵੀ ਮੈਂ ਇਹ ਜਨੇਊ ਪਾਉਣਾ ਨਹੀਂ ਤੇ ਨਾ ਸਿੱਖਾਂ ਨੂੰ ਪਾਉਣ ਦੇਣਾ।
ਉਹ ਕਹਿੰਦੇ ਵੀ ਧੋਤੀ ਪਾਉਣੀ ਚਾਹੀਦੀ, ਮੱਥੇ ਤੇ ਤਿਲਕ ਲਾਉਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਨਾ ਲਾਇਆ ਤੇ ਨਾ ਸਿੱਖਾਂ ਨੂੰ ਲਾਉਣ ਦਿੱਤਾ। ਜਨੇਊ ਦੀ ਗੱਲ ਆਉਂਦੀ ਤੇ ਸਪਸ਼ਟ ਗੁਰਬਾਣੀ 'ਚ ਮਹਾਰਾਜ ਕਹਿੰਦੇ ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ। ਜਾਂ ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਕਿਹੜੀ ਵਿਚਾਰ ਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਉਹਨਾਂ ਨਾਲ ਮੈਚ ਕਰ ਰਹੀ ਹੋਵੇ? ਹਰ ਗੱਲ ਤੇ ਤਾਂ ਮਹਾਰਾਜ ਨੇ ਅਸਹਿਮਤੀ ਜਤਾਈ ਆ। ਉਹ ਸ਼੍ਰੀ ਰਾਮਚੰਦਰ ਨੂੰ ਭਗਵਾਨ ਮੰਨਦੇ, ਗੁਰੂ ਸਾਹਿਬ ਕਹਿੰਦੇ ਮੈਂ ਉਹਨੂੰ ਪਰਮਾਤਮਾ ਮੰਨਦਾ ਜਿਹੜਾ ਰਮਿਆ ਹੋਇਆ। ਅਸੀਂ ਸ਼੍ਰੀ ਰਾਮਚੰਦਰ ਨੂੰ ਪਰਮਾਤਮਾ ਨਹੀਂ ਮੰਨਦੇ, ਉਹ ਸ਼ਿਵ ਜੀ ਦੇ ਉਪਾਸ਼ਕ ਹੋਣਗੇ। ਗੁਰੂ ਨਾਨਕ ਸਾਹਿਬ ਕਹਿੰਦੇ ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਲਦ ਚੜਿਆ ਡੌਰੂ ਟਮਕਾਵੇ, ਗੁਰੂ ਗ੍ਰੰਥ ਸਾਹਿਬ ਦੇ ਬਚਨ। ਅਸੀਂ ਨਾ ਸ਼ਿਵ ਜੀ ਦੇ ਉਪਾਸ਼ਕ, ਇੱਕ ਵੀ ਵਿਚਾਰ ਦੇ ਨਾਲ ਅਸੀਂ ਸਹਿਮਤ ਹੀ ਨਹੀਂ, ਫਿਰ ਕੋਈ ਕਿਵੇਂ ਕਹਿ ਸਕਦਾ ਵੀ ਅਸੀਂ ਉਹਨਾਂ ਦਾ ਹਿੱਸਾ? ਯਾਨੀ ਇਕਬਾਲ ਸਿੰਘ ਰਾਮਾ ਮੰਦਿਰ ਦੇ ਜਿਹੜੇ ਉੱਥੇ ਉਦਘਾਟਨ ਤੇ ਜਾਂ ਸਮਾਰੋਹ ਸਮਾਗਮ ਤੇ ਗਏ ਸੀ ਤੇ ਉੱਥੇ ਉਹਨਾਂ ਇੱਕ ਬਿਆਨ ਦਿੱਤਾ ਕਿ ਵਾਕਈ ਲਵ ਕੁਸ਼ ਦੀ ਲਾਦ ਆ। ਉਸ ਤੋਂ ਬਾਅਦ ਉਹਨਾਂ ਦੀ ਇੰਟਰਵਿਊ ਆਉਂਦੀ ਹੈ, ਉਹਦੇ ਵਿੱਚ ਉਹ ਦਸਮ ਗ੍ਰੰਥ ਦਾ ਹਵਾਲਾ ਦੇ ਰਹੇ ਨੇ। ਦੇਖੋ ਜੀ, ਜੇ ਉਹਨੇ ਇਹ ਬਿਆਨ ਦਿੱਤਾ ਹੈ ਉਹ ਬਿਲਕੁਲ ਗਲਤ ਦਿੱਤਾ ਹੈ, ਤੇ ਮੈਂ ਬੇਨਤੀ ਕਰਾਂਗਾ ਸਾਡੇ ਜਥੇਦਾਰਾਂ ਨੂੰ ਜਲਦੀ ਤੋਂ ਜਲਦੀ ਸਖਤ ਕਾਰਵਾਈ ਕਰਨੀ ਚਾਹੀਦੀ ਉਸ ਬੰਦੇ ਨੂੰ, ਤਾਂ ਸਖਤ ਕਾਰਵਾਈ ਹੋਵੇ। ਕਿਉਂਕਿ ਅੱਜ ਜਥੇਦਾਰ ਜੇ ਖਾਮੋਸ਼ ਰਹਿੰਦੇ ਨੇ, ਉਹਨਾਂ ਦੀ ਖਾਮੋਸ਼ੀ ਦੁਨੀਆ ਨੂੰ ਇਹ ਮੈਸੇਜ ਦੇ ਦੇਗੀ ਕਿ ਅਸੀਂ ਵੀ ਉਹਦੇ ਨਾਲ ਸਹਿਮਤ ਹਾਂ। ਪਰ ਜੇ ਅੱਜ ਸਖਤ ਕਾਰਵਾਈ ਹੋਏਗੀ ਤਾਂ ਹੀ ਦੁਨੀਆ ਨੂੰ ਸਮਝ ਲੱਗੇਗੀ ਭਾਈ ਵੀ ਕੌਮ ਉਸ ਬੰਦੇ ਨਾਲ ਸਹਿਮਤ ਹੀ ਨਹੀਂ ਹੈਗੀ। ਪਹਿਲੀ ਗੱਲ ਕਿ ਜਿਨ੍ਹਾਂ ਦੇ ਸੱਦੇ ਪੱਤਰ ਨੂੰ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੜ੍ਹਨਾ ਵੀ ਠੀਕ ਨਹੀਂ ਸਮਝਿਆ, ਤੇ ਫਿਰ ਵੀ ਉਹ ਇਕਬਾਲ ਸਿਉਂ ਰਹਿ ਚੁੱਕਾ ਜਥੇਦਾਰ ਪਟਨਾ ਸਾਹਿਬ ਦਾ, ਹੁਣ ਨਹੀਂ ਹੈ, ਰਹਿ ਚੁੱਕਾ ਜਥੇਦਾਰ। ਇੱਕ ਤਾਂ ਉੱਥੇ ਜਾ ਕੇ ਆਪਣੇ ਆਪ ਨੂੰ ਜਥੇਦਾਰ ਦੱਸਦਾ ਹੈ, ਦੂਜਾ ਇਹ ਬਿਆਨ ਦਿੰਦਾ ਵੀ ਅਸੀਂ ਉਹਨਾਂ ਦੀ ਔਲਾਦ ਆ। ਫਿਰ ਇੰਟਰਵਿਊ ਦੇ ਵਿੱਚ ਉਹਦਾ ਇਹ ਬਿਆਨ ਦੇਣਾ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਸ ਤਰ੍ਹਾਂ, ਇਹ ਬਿਲਕੁਲ ਉਹਦਾ ਝੂਠਾ ਦਾਅਵਾ ਹੈ। ਮੈਂ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਜਿਹੜੀ ਗੱਲ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਸਾਬਤ ਕੀਤਾ ਹੈ ਕਿ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ, ਇਹ ਵਿਰੋਧੀ ਲੋਕ ਇੰਨੇ ਚਲਾਕ ਨੇ ਕਿ ਇਹਨਾਂ ਨੇ ਉਸੇ ਹੀ ਗੱਲ ਤੋਂ ਸਾਬਤ ਕਰਨ ਦੇ ਦਾਅਵੇ ਕੀਤੇ ਨੇ ਕਿ ਅਸੀਂ ਉਹਨਾਂ ਦਾ ਹੀ ਹਿੱਸਾ ਹੈ। ਇਹ ਬੜੇ ਲੋਕ ਚਲਾਕ ਨੇ। ਤੁਸੀਂ ਕਹਿੰਦੇ ਕਿ ਉਹ ਜਥੇਦਾਰ ਹੈ ਨਹੀਂ, ਉਹ ਆਪਦਾ ਦਾਅਵਾ ਕਰ ਰਿਹਾ, ਉਹ ਕਹਿੰਦਾ ਵੀ ਮੈਂ ਜਥੇਦਾਰ ਹਾਂ, 35 ਸਾਲ ਤੋਂ ਚੱਲਦਾ ਆ ਰਿਹਾ। ਹੁਣ ਜਥੇਦਾਰ ਪੰਥ ਕਹਿੰਦਾ ਵੀ ਹੋਰ ਨੂੰ ਲਾ ਦਿੱਤਾ, ਪਰ ਉਹ ਕਹਿੰਦਾ ਜਥੇਦਾਰ ਮੈਂ ਆ ਉੱਥੋਂ ਦਾ। ਦੇਖੋ ਜੀ, ਜਥੇਦਾਰ ਕੌਣ, ਇਹ ਤਾਂ ਪੰਥ ਨੇ ਫੈਸਲਾ ਕਰਨਾ ਹੈ ਨਾ। ਸਾਰੇ ਜਥੇਬੰਦੀਆਂ ਪੰਥ ਨੇ। ਅੱਜ ਪਟਨਾ ਸਾਹਿਬ ਜਿਹੜੇ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਨੇ, ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਪੰਥ ਨੇ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ। ਤੇ ਕੋਈ ਬੰਦਾ ਪੰਥ ਦੇ ਨਾਲ ਜਿਹੜਾ ਮੱਥਾ ਲਾ ਕੇ ਇਹ ਕਵੇ ਵੀ ਮੈਂ ਜਥੇਦਾਰ, ਉਹ ਤਾਂ ਪੰਥ ਦਾ ਵਿਰੋਧੀ ਹੋ ਗਿਆ ਨਾ, ਉਹ ਤਾਂ ਪੰਥ ਦੋਖੀ ਹੋ ਗਿਆ। ਉਹ ਦਾਅਵੇ ਕਰੀ ਜਾਵੇ ਪਰ ਉਹਦੇ ਦਾਅਵੇ ਝੂਠੇ ਨੇ। ਹੁਣ ਤੁਸੀਂ ਇੱਥੋਂ ਹੀ ਮੈਂ ਕਹਿੰਦਾ ਇੱਥੋਂ ਅੰਦਾਜ਼ਾ ਲਾ ਲਓ, ਜਿਹੜਾ ਬੰਦਾ ਇਹ ਝੂਠ ਬੋਲ ਸਕਦਾ ਵੀ ਮੈਂ ਜਥੇਦਾਰ ਹਾਂ ਹਾਲਾਂਕਿ ਨਹੀਂ, ਤਾਂ ਉਹਦੇ ਲਈ ਇਹ ਝੂਠ ਬੋਲਣਾ ਕਿੱਡੀ ਕੁ ਗੱਲ ਹੈ ਵੀ ਅਸੀਂ ਵੀ ਲਵ ਕੁਸ਼ ਦੀ ਔਲਾਦ ਆ। ਝੂਠ ਹੀ ਬੋਲ ਰਿਹਾ ਨਾ ਕਿ ਮੇਰੇ ਨਾਲ ਜਿੰਨੇ ਪੰਗਾ ਲਿਆ ਸੀ ਪਹਿਲਾਂ, ਮਤਲਬ ਜੋ ਵੀ ਅੜਿਆ ਸੀ ਇਸ ਚੀਜ਼ ਨੂੰ ਲੈ ਕੇ, ਉਹਦੇ 'ਚ ਮੈਂ ਸੱਚਾ ਉਤਰਦਾ ਰਿਹਾ, ਤੇ ਪਰ ਉਹ ਇਸ ਦੁਨੀਆ ਤੇ ਨਹੀਂ ਰਹੇ। ਹੁਣ ਦੇਖਦੇ ਹਾਂ ਅੱਗੇ ਕੀ ਹੁੰਦਾ। ਉਹ ਇੰਟਰਵਿਊ ਦੇ ਵਿੱਚ ਹੱਸ ਕੇ ਗੱਲ ਕਰਦਾ। ਦੇਖੋ ਜੀ, ਜਿਨ੍ਹਾਂ ਨਾਲ ਪੰਗੇ ਲਏ ਉਹ ਪਤਾ ਨਹੀਂ ਕੌਣ ਸੀ, ਮੈਨੂੰ ਨਹੀਂ ਪਤਾ, ਉਹ ਰਹੇ ਨਾ ਰਹੇ ਉਹਦਾ ਕੋਈ ਸਾਡੇ ਨਾਲ ਮਤਲਬ ਨਹੀਂ ਹੈ। ਪਰ ਅੱਜ ਇਸ ਬੰਦੇ ਨੇ ਪੰਥ ਨਾਲ ਮੱਥਾ ਲਾਇਆ ਹੈ ਤੇ ਦੁਨੀਆ ਗਵਾਹ ਹੈ ਕਿ ਜਿੰਨੇ ਵੀ ਇਸ ਪੰਥ ਨਾਲ ਮੱਥਾ ਲਾਇਆ ਉਹਦਾ ਨਾਮੋ ਨਿਸ਼ਾਨ ਮਿਟ ਗਿਆ। ਪੜ੍ਹ ਕੇ ਦੇਖ ਲਓ ਪੁਰਾਣਾ ਇਤਿਹਾਸ, ਜ਼ਕਰੀਏ ਦਾ ਕੀ ਹੋਇਆ ਹੈ, ਅਬਦਾਲੀ ਦਾ ਕੀ ਹੋਇਆ ਹੈ, ਜਿਨ੍ਹਾਂ ਨੇ ਮੱਸੇ ਰੰਗੜ ਦਾ ਕੀ ਹੋਇਆ ਹੈ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਨਾਲ ਆੜਾ ਲਾਇਆ, ਪੰਥ ਦੇ ਨਾਲ ਮੱਥਾ ਲਾਇਆ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਅੱਗੇ ਹੋਰਾਂ ਦੇ ਨਾਲ ਤੇਰਾ ਵਾਹ ਪਿਆ ਹੋਏਗਾ, ਪਰ ਐਤਕੀ ਤੇਰਾ ਵਾਹ ਪੰਥ ਨਾਲ ਪੈ ਗਿਆ। ਤੇ ਪੰਥ ਦੇ ਨਾਲ ਮੱਥਾ ਲਾਉਣ ਦੇ ਨਾਲ ਕੀ ਹਾਲ ਹੋਇਆ ਉਹ ਕੁਝ ਤੇਰਾ ਵੀ ਹੋਣਾ। ਜਿਵੇਂ ਤੁਸੀਂ ਕਹਿੰਦੇ ਹੁਣ ਪੰਥ ਦੇ ਨਾਲ ਮੱਥਾ ਪੈ ਗਿਆ, ਉਹ ਪਰ ਦਸਮ ਦਾ ਹਵਾਲਾ ਦੇ ਰਿਹਾ ਨਾ, ਸ਼੍ਰੀ ਗੁਰੂ ਦਸਮ ਗ੍ਰੰਥ ਦਾ ਹਵਾਲਾ ਦੇ ਕੇ ਕਹਿ ਰਿਹਾ ਕਿ ਉਹਦੇ ਵਿੱਚ ਸਭ ਕੁਝ ਲਿਖਿਆ ਹੈ। ਪਰ ਇਸ ਦੇ ਨਾਲ ਹੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸਟੇਜ ਤੇ ਪ੍ਰਚਾਰ ਕਰਦੇ ਕਹਿੰਦੇ ਨੇ ਕਿ ਮੈਂ ਕਦੋਂ ਦਾ ਇਸ ਚੀਜ਼ ਦਾ ਪਿੱਟਦਾ ਆ ਰਿਹਾ ਸੀ, ਪਰ ਕਿਸੇ ਨੇ ਮੇਰੀ ਇੱਕ ਨਹੀਂ ਸੁਣੀ। ਮੈਨੂੰ ਤਲਬ ਕਰ ਲਿਆ ਜਾਂਦਾ ਸੀ, ਜਾਂ ਮੈਨੂੰ ਮਤਲਬ ਕਿ ਪੰਥ 'ਚ ਛੇਕਣ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਸੀ। ਅੱਜ ਵੇਖਾਂਗੇ ਅਜਿਹਾ ਕੁਝ ਹੁੰਦਾ ਹੈ ਕਿ ਨਹੀਂ ਹੁੰਦਾ। ਇਹ ਉਹ ਦਸਮ ਗ੍ਰੰਥ ਦਾ ਹਵਾਲਾ ਹੀ ਦਿੱਤੀ ਜਾਂਦਾ ਜਿੰਦੇ ਮੈਂ ਕਹਿੰਦਾ ਸੀ ਵੀ ਇਸ ਨੂੰ ਰੱਦ ਕਰ ਦਿਓ। ਦੇਖੋ ਜੀ, ਰੱਦ ਕਰਨਾ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਮੈਂ ਤਾਂ ਉਹਨਾਂ ਭਾਈ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਵੀ ਦੇਖੋ ਜੀ, ਉਹ ਦਸਮ ਗ੍ਰੰਥ ਦਾ ਹਵਾਲਾ ਦੇ ਕੇ ਸਾਨੂੰ ਹਿੰਦੂ ਸਾਬਤ ਕਰਨਾ ਚਾਹੁੰਦੇ ਨੇ ਕਿ ਭਾਈ ਸਾਹਿਬ ਨੂੰ ਇਹ ਨਹੀਂ ਪਤਾ ਵੀ ਉਹ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਵੀ ਸਾਬਤ ਕਰਨਾ ਚਾਹੁੰਦੇ ਵੀ ਅਸੀਂ ਹਿੰਦੂ ਆ। ਆਪਾਂ ਸਾਰੇ ਜਾਣਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਜ਼ਿਕਰ ਕੀਤਾ ਗਿਆ, ਰਾਮ ਦਾ ਨਾਮ ਲਿਆ ਗਿਆ ਹੈ ਨਾ, ਪਰ ਸਾਰੇ ਜਾਣਦੇ ਵੀ ਜਦੋਂ ਵੀ ਪ੍ਰਮਾਤਮਾ ਦੀ ਗੱਲ ਆਈ ਆ ਉੱਥੇ ਰਾਮ ਦਾ ਅਰਥ ਰਮਿਆ ਹੋਇਆ ਏ, ਦਸ਼ਰਥ ਦਾ ਪੁੱਤਰ ਨਹੀਂ ਹੈ।
ਪਰ ਫਿਰ ਵੀ ਲੋਕ ਇਹ ਦਾਅਵੇ ਕਰਦੇ ਨੇ ਨਾ ਕਿ ਗੁਰੂ ਗ੍ਰੰਥ ਸਾਹਿਬ ਸ਼੍ਰੀ ਰਾਮਚੰਦਰ ਦੀ ਪੂਜਾ ਕਰਦਾ ਹੈ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਸਾਬਤ ਕਰਨਾ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰ ਦਈਏ। ਰਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ, ਮੈਂ ਜਿਹੜੀ ਅੱਗੇ ਗੱਲ ਕੀਤੀ ਸੀ ਨਾ, ਇਹ ਤਾਂ ਵਿਰੋਧੀਆਂ ਦੀ ਸਾਜ਼ਿਸ਼ ਆ ਕਿ ਜਿਹੜੀ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਅਸੀਂ ਉਹਨਾਂ ਦਾ ਹਿੱਸਾ ਨਹੀਂ, ਇਹ ਉਸੇ ਚੋਂ ਇੱਕ ਅੱਧੀ ਪੰਕਤੀ ਚੁੱਕ ਕੇ ਸਾਬਤ ਕਰਨ ਵਾਲੇ ਪਾਸੇ ਲੱਗ ਪੈਂਦੇ ਨੇ। ਹੁਣ ਉਹ ਇਕਬਾਲ ਸਿਓ ਇੱਕ ਅੱਧੀ ਪੰਕਤੀ ਸੁਣਾ ਕੇ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ। ਹੁਣ ਪੂਰਾ ਸ਼ਬਦ ਜਿੰਨੀ ਦੇਰ ਤੱਕ ਉਸ ਪੂਰੇ ਸ਼ਬਦ ਦਾ ਭਾਵ ਨਹੀਂ ਸੁਣਾਇਆ ਜਾਂਦਾ ਉਨੀ ਦੇਰ ਤੱਕ ਤਾਂ ਨਤੀਜਾ ਹੀ ਨਹੀਂ ਨਿਕਲਣਾ ਵੀ ਗੁਰੂ ਗੋਬਿੰਦ ਸਿੰਘ ਕੀ ਕਹਿਣਾ ਚਾਹੁੰਦੇ ਨੇ। ਹੁਣ ਮੈਂ ਪੂਰਾ ਸ਼ਬਦ ਸੁਣਾਉਣਾ ਚਾਹੁੰਦਾ, ਸੰਗਤ ਸੁਚੇਤ ਹੋਵੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਮਨੋਰਥ ਕੀ ਸੀ ਉਹ ਗੱਲ ਕਹਿਣ ਦਾ। ਹੁਣ ਤੁਸੀਂ ਦੇਖੋ, ਜਿਵੇਂ ਅੱਜ ਇਹ ਸਾਨੂੰ ਹਿੰਦੂਆਂ ਦਾ ਹਿੱਸਾ ਕਹਿ ਰਹੇ ਨੇ ਨਾ, ਉਦੋਂ ਵੀ ਜਿਹੜੇ ਲੋਕ ਗੁਰੂ ਨਾਨਕ ਨੂੰ ਹਜੇ ਨਹੀਂ ਸੀ ਸਮਝ ਸਕੇ ਉਹ ਵੀ ਸਾਨੂੰ ਇਹ ਗੁਰੂ ਸਾਹਿਬਾਨਾਂ ਨੂੰ ਹਿੰਦੂਆਂ ਦਾ ਗੁਰੂ ਕਹਿੰਦੇ ਸੀ ਨਾ। ਆਪਾਂ ਜਾਣਦੇ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਇਹ ਹਿੰਦੂਆਂ ਦੇ ਗੁਰੂ ਨੇ। ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਾਬਤ ਕਰਨਾ ਜ਼ਰੂਰੀ ਸੀ ਕਿ ਅਸੀਂ ਕੁਦਰਤ ਕੇ ਸਭ ਬੰਦੇ ਜਾਣ ਕੇ ਤਾਂ ਸਭ ਨੂੰ ਪਿਆਰ ਕਰ ਸਕਦੇ ਹਾਂ, ਪਰ ਜੇ ਪਾਰਟੀਕੂਲਰ ਧਰਮ ਦੀ ਗੱਲ ਕਰੋਗੇ ਨਾ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਅਸੀਂ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈ। ਤੇ ਕਿਸੇ ਚੀਜ਼ ਨੂੰ ਕੱਟਣ ਲਈ ਪਹਿਲਾਂ ਉਹਨਾਂ ਦੇ ਬਿਆਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਜਿਵੇਂ ਮੰਨ ਲਓ ਹੁਣ ਆਪਾਂ ਇਕਬਾਲ ਸਿੰਘ ਦੀ ਗੱਲ ਦਾ ਨੂੰ ਕੱਟਣਾ ਹੈ, ਪਹਿਲਾਂ ਇਕਬਾਲ ਸਿੰਘ ਦੀ ਸਟੇਟਮੈਂਟ ਦੱਸੀ ਜਾਂਦੀ ਆ ਤੇ ਫਿਰ ਉਹਦਾ ਜਵਾਬ ਦਿੱਤਾ ਜਾਂਦਾ ਹੈ। ਤੇ ਕੋਈ ਬੇਈਮਾਨ ਬੰਦਾ ਕੇਵਲ ਆਪਣੀ ਓਨੀ ਕੁ ਸਟੇਟਮੈਂਟ ਕੱਟ ਕੇ ਕਹਿ ਦੇ ਦੇਖੋ ਜੀ ਕਾਲ ਚੈਨਲ ਵੀ ਦਾਅਵਾ ਕਰਦਾ, ਇਹ ਤਾਂ ਗੱਲ ਕੋਈ ਜਾਇਜ਼ ਨਹੀਂ ਨਾ ਹੋਈ। ਪੂਰੀ ਵੀਡੀਓ ਸੁਣਨੀ ਪਏਗੀ ਵੀ ਅਸੀਂ ਉਹਦੇ ਚੋਂ ਭਾਵ ਕੀ ਕੱਢ ਕੇ ਦੱਸਿਆ, ਫੇਰ ਹੀ ਪਤਾ ਲੱਗੇਗਾ ਨਾ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਬਚਨ ਦਾ ਭਾਵ ਨਹੀਂ ਰੱਖਿਆ ਜਾਂਦਾ ਉਨੀ ਦੇਰ ਤੱਕ ਸਪਸ਼ਟ ਹੀ ਨਹੀਂ ਹੋਣਾ ਵੀ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਨੇ। ਹੁਣ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਆਉਂਦਾ ਹੈ, ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਵੀ ਬੇਦੀਆਂ ਦੀ ਕੁੱਲ ਵਿੱਚ ਗੁਰੂ ਨਾਨਕ ਪ੍ਰਗਟ ਹੋਏ ਨੇ। ਤੇ ਉਸ ਤੋਂ ਪਹਿਲਾਂ ਉਹਨਾਂ ਸਾਰਾ ਜ਼ਿਕਰ ਕਰ ਦਿੱਤਾ ਵੀ ਲਵ ਕੁਸ਼ ਦੀ ਜਿਹੜੀ ਸਾਰੀ ਬੰਸ ਦਾ ਜ਼ਿਕਰ ਕੀਤਾ, ਫਿਰ ਵੇਦ ਪੜਨ ਵਾਲੇ ਬੇਦੀ ਹੋ ਗਏ, ਸਾਰਾ ਜ਼ਿਕਰ ਕੀਤਾ ਹੈ। ਕੋਈ ਸ਼ੱਕ ਨਹੀਂ ਹੈ, ਕਿਉਂਕਿ ਸਾਡਾ ਇਤਿਹਾਸ ਵੀ ਤਾਂ ਦੱਸਦਾ ਹੀ ਆ ਨਾ ਕਿ ਗੁਰੂ ਨਾਨਕ ਸਾਹਿਬ ਜੀ ਜਿਹੜੀ ਫੈਮਿਲੀ ਵਿੱਚ ਪ੍ਰਗਟ ਹੋਏ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ ਹੈ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈ। ਤੇ ਪਰ ਜੇ ਹੁਣ ਲੋਕ ਸਮਝਣ ਲੱਗ ਗਏ ਕਿ ਹਿੰਦੂਆਂ ਦੇ ਘਰ ਜਨਮ ਲੈ ਕੇ ਗੁਰੂ ਨਾਨਕ ਸਾਹਿਬ ਵੀ ਹਿੰਦੂ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਗੱਲ ਗਲਤ ਆ। ਇਸ ਕਰਕੇ ਪਹਿਲਾਂ ਉਹਨਾਂ ਜ਼ਿਕਰ ਕਰਤਾ ਵੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੇਦੀਆਂ ਦੀ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਪਰ ਇੱਥੋਂ ਇਹ ਨਹੀਂ ਸਮਝ ਲੈਣਾ ਵੀ ਗੁਰੂ ਨਾਨਕ ਸਾਹਿਬ ਵੀ ਬੇਦੀ ਹੋ ਗਏ ਜਾਂ ਹਿੰਦੂ ਹੋ ਗਏ। ਫਿਰ ਅਗਲੇ ਹੀ ਬਚਨ ਦੇ ਵਿੱਚ ਇਸ ਤੋਂ ਬਾਅਦ ਚੌਪਈ ਆਉਂਦੀ ਆ, ਉਹਦੇ ਵਿੱਚ ਮਹਾਰਾਜ ਸਪਸ਼ਟ ਕਰਦੇ ਨੇ ਕਿ ਤਿੰਨ ਇਹ ਕਲ ਮਹਿ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਜੋ ਤਾਂ ਕੇ ਮਾਰਗ ਮੇ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਇਹ ਉਸ ਦੋਹਰੇ ਤੋਂ ਬਾਅਦ ਬਚਨ ਆਉਂਦਾ, ਤਿੰਨ ਬੇਦੀਆਂ ਕੀ ਕੁੱਲ ਵਿਖੇ ਵਾਲਾ ਜਿਹੜਾ ਦੋਹਰਾ ਹੈ, ਉਸ ਤੋਂ ਬਾਅਦ ਇਹ ਚੌਪਈ ਆਉਂਦੀ ਤੇ ਉੱਥੇ ਮਹਾਰਾਜ ਆਪਦਾ ਕਨਕਲੂਜਨ ਕੱਢਦੇ ਨੇ। ਮਹਾਰਾਜ ਕਹਿੰਦੇ ਭਾਵੇਂ ਬੇਦੀਆਂ ਦੀ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਪਰ ਯਾਦ ਰਹੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਧਰਮ ਨੂੰ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੋਏ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਧਰਮ ਚਲਾ ਲਿਆ। ਮਹਾਰਾਜ ਨੇ ਬਚਨ ਕੀਤਾ, ਤਿੰਨ ਇਹ ਕਲ ਮੈਂ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਵੀ ਹੁਣ ਇੱਕ ਨਵਾਂ ਰਾਹ ਦਿੱਤਾ ਹੈ ਜਗਿਆਸੂਆਂ ਨੂੰ। ਤੇ ਜਿਹੜੇ ਵੀ ਇਸ ਰਸਤੇ ਤੇ ਚੱਲਣਗੇ ਉਹ ਪਖੰਡਾਂ, ਕਰਮਕਾਂਡਾਂ, ਵਹਿਮ ਭਰਮਾਂ ਤੇ ਪਾਪਾਂ ਤੇ ਵਕਾਰਾਂ ਤੋਂ ਦੂਰ ਹੋਣਗੇ, ਆਪਣੀ ਮੰਜ਼ਿਲ ਤੇ ਪਹੁੰਚਣਗੇ। ਤੇ ਇੱਕ ਹੋਰ ਮੈਂ ਸਪਸ਼ਟ ਕਰਦੇ ਆ, ਜਦੋਂ ਗੁਰੂ ਅੰਗਦ ਸਾਹਿਬ ਦੀ ਗੱਲ ਹੋਈ ਆ ਨਾ ਜੀ, ਗੁਰੂ ਅੰਗਦ ਸਾਹਿਬ ਦੀ ਗੱਲ ਹੋਈ ਤੇ ਦੇਖੋ ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਨਾਨਕ ਅੰਗਦ ਕੋ ਬਪ ਧਰਾ, ਧਰਮ ਪ੍ਰਚਾਰ ਇਹ ਜਗ ਮੇ ਕਰਾ। ਮਹਾਰਾਜ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ ਆ ਨਾ, ਤੇ ਉਦੋਂ ਫਿਰ ਗੁਰੂ ਅੰਗਦ ਸਾਹਿਬ ਨੇ ਹੁਣ ਧਰਮ ਦਾ ਪ੍ਰਚਾਰ ਕੀਤਾ। ਉੱਥੇ ਹੁਣ ਧਰਮ ਪ੍ਰਚਾਰ ਸ਼ਬਦ ਵਰਤਿਆ। ਧਰਮ ਪ੍ਰਚਾਰ ਦਾ ਮਤਲਬ ਕੀ ਹੁੰਦਾ, ਵੀ ਆਲਰੇਡੀ ਹੋਂਦ ਵਿੱਚ ਧਰਮ ਨੂੰ ਉਹਦਾ ਪ੍ਰਚਾਰ ਕਰਨਾ। ਗੁਰੂ ਨਾਨਕ ਸਾਹਿਬ ਵਾਲੇ ਹੋਂਦ 'ਚ ਆ ਗਿਆ ਸੀ ਤੇ ਗੁਰੂ ਅੰਗਦ ਸਾਹਿਬ ਲਈ ਕਹਿ ਰਹੇ ਨੇ ਵੀ ਹੁਣ ਉਸੇ ਧਰਮ ਦਾ ਪ੍ਰਚਾਰ ਹੋ ਰਿਹਾ। ਪਰ ਗੁਰੂ ਨਾਨਕ ਸਾਹਿਬ ਦੇ ਸਮੇਂ ਉਹ ਗੱਲ ਨਹੀਂ ਕਹੀ। ਉੱਥੇ ਮਹਾਰਾਜ ਨੇ ਕਿਹਾ ਵੀ ਨਵਾਂ ਧਰਮ ਚਲਾਇਆ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਹਨਾਂ ਬਚਨਾਂ 'ਚੋਂ ਸਪਸ਼ਟ ਕੀਤਾ ਹੈ ਕਿ ਭਾਵੇਂ ਬੇਦੀਆਂ ਦੀ ਕੁੱਲ ਵਿੱਚ ਪ੍ਰਗਟ ਹੋਏ, ਪਰ ਲੋਕੋ ਇਹ ਨਾ ਸਮਝ ਲਿਓ ਗੁਰੂ ਨਾਨਕ ਸਾਹਿਬ ਵੀ ਹਿੰਦੂ ਹੋ ਗਏ। ਗੁਰੂ ਨਾਨਕ ਸਾਹਿਬ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਹੋਏ ਹੀ ਨਹੀਂ। ਇਸ ਕਰਕੇ ਉਹਨਾਂ ਨੇ ਆਪਣਾ ਇੱਕ ਨਵਾਂ ਧਰਮ ਚਲਾਇਆ ਹੈ। ਤੇ ਸਿੱਖੋ, ਤੁਸੀਂ ਆਪਣੇ ਆਪ ਨੂੰ ਲਵ ਕੁਸ਼ ਦੀ ਵੰਸ਼ ਨਾ ਸਮਝਿਓ। ਸਾਡਾ ਸਭ ਕੁਝ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ। ਉਸ ਤੋਂ ਪਹਿਲਾਂ ਕੀ ਸੀ, ਇਹ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਪਰ ਬੜੀਆਂ ਥਾਵਾਂ ਤੇ ਗੱਲ ਹੁੰਦੀ ਹੈ, ਕਈਆਂ ਥਾਵਾਂ ਤੇ ਬਹਿਸ ਵੀ ਹੋ ਜਾਂਦੀ ਕਈ ਬੰਦਿਆਂ ਦੀ ਆਮ ਹੀ। ਉਹ ਕਹਿੰਦੇ ਕਿ ਜਿਹੜੇ ਗੁਰੂ ਆ ਉਹ ਹਿੰਦੂਆਂ ਚੋਂ ਨਿਕਲੇ ਆ। ਤੁਸੀਂ ਸਮਝਾਇਆ ਨਿਕਲੇ ਜ਼ਰੂਰ ਆ, ਪਰ ਉਹ ਹੈ ਨਹੀਂ। ਪਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਸੀ, ਜਿਹੜੇ ਯੋਧੇ ਹੋਏ, ਜਰਨੈਲ ਹੋਏ ਨੇ, ਉਹ ਵੀ ਹਿੰਦੂਆਂ ਦੇ ਸੀਗੇ। ਫਿਰ ਇਹਦੀ ਸੱਚਾਈ ਕੀ ਰਹਿ ਜਾਂਦੀ ਹੈ? ਦੇਖੋ, ਮੈਂ ਨਾ ਅਕਸਰ ਇਹ ਗੱਲ ਕਹਿਣਾ ਹੁੰਦਾ ਹੈ ਵੀ ਧਰਮ ਦੀ ਦੁਨੀਆ 'ਚ ਨਾ ਇਹ ਮੈਟਰ ਹੀ ਨਹੀਂ ਕਰਦਾ ਵੀ ਉਹਨਾਂ ਦਾ ਪਿਛੋਕੜ ਕੀ ਸੀ। ਜਿਵੇਂ ਆਪਾਂ ਅੱਗੇ ਗੱਲ ਕੀਤੀ, ਖੂਨ ਦਾ ਇੱਕ ਹੋਣਾ ਇਹ ਸਾਬਤ ਨਹੀਂ ਕਰਦਾ ਵੀ ਧਰਮ ਇੱਕ ਆ। ਹੁਣ ਤੁਸੀਂ ਦੇਖੋ ਉਹਨਾਂ ਦੀ ਵਿਚਾਰਧਾਰਾ ਜੇ ਜਨੇਊ ਨੂੰ ਮੰਨ ਰਹੀ ਆ, ਗੁਰੂ ਨਾਨਕ ਸਾਹਿਬ ਠੋਕ ਕੇ ਕਹਿੰਦੇ ਮੈਂ ਜਨੇਊ ਨੂੰ ਮੰਨਦਾ ਹੀ ਨਹੀਂ।
ਉਹ ਸ਼ਿਵ ਜੀ ਨੂੰ ਮੰਨਦੇ, ਗੁਰੂ ਸਾਹਿਬ ਕਹਿੰਦੇ ਠੋਕ ਕੇ ਕਹਿੰਦੇ ਮੈਂ ਮੰਨਦਾ ਹੀ ਨਹੀਂ। ਜੇ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਹੀ ਨਹੀਂ, ਫਿਰ ਹਿੰਦੂ ਕਿਵੇਂ ਹੋਏ? ਹਿੰਦੂ ਉਹ ਜਿਹੜਾ ਸ਼ਿਵ ਜੀ ਨੂੰ ਮੰਨਦਾ, ਹਿੰਦੂ ਉਹ ਜਿਹੜਾ ਜਨੇਊ ਨੂੰ ਮੰਨਦਾ, ਹਿੰਦੂ ਉਹ ਜਿਹੜਾ ਸ਼੍ਰੀ ਰਾਮ ਚੰਦਰ ਨੂੰ ਮੰਨਦਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਇੱਕ ਵੀ ਉਹਨਾਂ ਦੀ ਗੱਲ ਨਾਲ ਸਹਿਮਤੀ ਨਹੀਂ ਪ੍ਰਗਟਾਈ, ਸਗੋਂ ਵਿਰੋਧ ਕਰਕੇ ਕਹਿੰਦੇ ਸਿਵ ਸਿਵ ਕਰਤੇ ਜੋ ਨਰ ਧਿਆਵੈ। ਰਹੀ ਗੱਲ ਜਰਨੈਲਾਂ ਦੀ, ਤੇ ਮੈਂ ਅਕਸਰ ਉਹਨਾਂ ਲੋਕਾਂ ਨੂੰ ਬੇਨਤੀ ਕਰ ਦਿੰਦਾ ਹੁੰਦਾ ਹੈ ਵੀ ਜੇ ਤੁਸੀਂ ਇਹ ਮਾਣ ਨਾਲ ਕਹਿੰਦੇ ਹੋ ਨਾ ਵੀ ਹਿੰਦੂਆਂ ਨੇ ਸਿੱਖ ਰਾਜ ਕਾਇਮ ਕੀਤਾ, ਤੇ ਮੈਂ ਬੇਨਤੀ ਕਰਾਂਗਾ ਜੇ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਸਾਬਤ ਕਰ ਦਿਓ, ਹਿੰਦੂ ਸੀ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਗੁਰੂ ਗੋਬਿੰਦ ਸਿੰਘ ਦਾ ਬੰਦਾ ਨਹੀਂ ਬਣਿਆ। ਤੇ ਇੰਨਾ ਮਹਾਨ ਕਾਰਜ ਉਦੋਂ ਕਿਉਂ ਨਹੀਂ ਕਰ ਦਿੱਤਾ? ਜੇ ਇੰਨੀ ਤਾਕਤ ਸੀ, ਫਿਰ ਜਦੋਂ ਹਿੰਦੂ ਸੀ ਡੇਰੇ 'ਚ ਬੈਠਾ ਸੀ ਉਦੋਂ ਸਿੱਖ ਰਾਜ ਕਿਉਂ ਨਹੀਂ ਕਾਇਮ ਕਰ ਦਿੱਤਾ? ਉਦੋਂ ਹੀ ਕਿਉਂ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋ ਗਿਆ। ਤਾਂ ਇਸ ਕਰਕੇ ਜਿਹੜਾ ਗੌਰਵਮਈ ਇਤਿਹਾਸ ਆ ਸਿਰਫ ਉਹਨਾਂ ਦੇ ਸਿੱਖ ਹੋਣ ਕਰਕੇ ਜੁੜਿਆ ਹੈ। ਜਿੰਨੀ ਦੇਰ ਤੱਕ ਸਿੱਖ ਨਹੀਂ ਸੀ ਉਨੀ ਦੇਰ ਤੱਕ ਉਸ ਇਤਿਹਾਸ ਤੇ ਕੋਈ ਮਾਣ ਵੀ ਨਹੀਂ ਕੀਤਾ ਜਾ ਸਕਦਾ। ਸਵਾਲ ਇੱਥੇ ਵੀ ਉੱਠਦਾ ਨਾ, ਜੇਕਰ ਉਹ ਮੰਨਦੇ ਨੇ ਕਿ ਜਿਹੜੇ ਜਰਨੈਲ ਸਾਡੇ ਹਿੰਦੂਆਂ ਚੋਂ ਨਿਕਲੇ ਨੇ, ਉਹਨਾਂ ਨੇ ਰਾਜ ਜਿਹੜਾ ਸਿੱਖ ਰਾਜ ਪੈਦਾ ਕੀਤਾ, ਤੇ ਫਿਰ ਸਿੱਖ ਬਣੇ ਕਿਉਂ ਨਹੀਂ? ਸਿੱਖ ਬਣੇ ਕਿਉਂ ਨਹੀਂ? ਮਤਲਬ ਮੇਰਾ ਇਹ ਹੈ ਕਿ ਜਦੋਂ ਇਹ ਕਹਿੰਦੇ ਨੇ ਕਿ ਉਹ ਸਾਡੇ ਹਿੰਦੂਆਂ ਚੋਂ ਸੀ, ਉਹਨਾਂ ਨੇ ਸਿੱਖ ਰਾਜ ਪੈਦਾ ਕਰ ਦਿੱਤਾ, ਇਹ ਤਾਂ ਦਾਅਵਾ ਕਰ ਦਿੱਤਾ ਉਹਨਾਂ, ਪਰ ਜਦੋਂ ਉਹ ਸਿੱਖ ਬਣ ਗਏ, ਉਹਨਾਂ ਨੇ ਇੱਕ ਵੱਖਰਾ ਰਾਜ ਬਣਾ ਲਿਆ, ਤੇ ਫਿਰ ਉਹ ਸ਼ਰਨ ਕਿਉਂ ਨਹੀਂ ਆਏ ਉਸ ਰਾਜ? ਹਿੰਦੂ ਨਹੀਂ ਸ਼ਰਨ ਆਏ। ਉਹ ਹੁਣ ਦੇਖੋ, ਇਹ ਉਹਨਾਂ ਦੀ ਆਪਣੀ ਈਗੋ ਹੋ ਸਕਦੀ ਆ। ਹੁਣ ਇਹ ਨਹੀਂ ਵੀ ਸਤਿਗੁਰਾਂ ਨੇ ਨਿਉਤਾ ਨਹੀਂ ਸੀ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਕਿਹਾ ਹੀ ਸੀ ਨਾ ਵੀ ਤੁਸੀਂ ਵੀ ਪੰਥ 'ਚ ਸ਼ਾਮਲ ਹੋਵੋ, ਅੰਮ੍ਰਿਤ ਛਕੋ। ਪਰ ਉਹ ਲੋਕ ਆਪਣੀਆਂ ਰਵਾਇਤਾਂ ਛੱਡਣ ਨੂੰ ਨਹੀਂ ਸੀ ਤਿਆਰ। ਉਹ ਕਹਿੰਦੇ ਵੀ ਅਸੀਂ ਤਾਂ ਛਕਾਂਗੇ ਜੇ ਸਾਡੇ ਲਈ ਬਾਟਾ ਲੱਗ ਬਣਾਓਗੇ, ਸਾਡੇ ਲਈ ਪੰਗਤ ਲੱਗ ਕਰੋਗੇ, ਸ਼ੂਦਰਾਂ ਨੂੰ ਲੱਗ ਤੇ ਸਾਨੂੰ ਲੱਗ ਬਣਾਓਗੇ। ਉਹ ਵੰਡ ਵਰਨ ਤੋਂ ਉੱਪਰ ਨਿਕਲਣਾ ਹੀ ਨਹੀਂ ਸੀ ਚਾਹੁੰਦੇ। ਹੁਣ ਦੇਖੋ, ਜਿਵੇਂ ਹੁਣ ਅੱਜ ਵੀ ਕਈ ਲੋਕ ਹੈਗੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮੰਨਣੀ ਨਹੀਂ ਚਾਹੁੰਦੇ। ਫਿਰ ਉਹਨਾਂ ਨੂੰ ਇਹ ਚੀਜ਼ ਦਾ ਦਾਅਵਾ ਵੀ ਨਹੀਂ ਕਰਨਾ ਚਾਹੀਦਾ ਵੀ ਅਸੀਂ ਜਿਹੜੇ ਸਾਡੇ ਜਰਨੈਲ ਸੀ ਉਹ ਹਿੰਦੂ ਸੀ। ਉਹਨਾਂ ਨੂੰ ਸਮਝਣਾ ਚਾਹੀਦਾ ਜੀ ਵੀ ਜਦੋਂ ਇੱਕ ਬੰਦੇ ਨੇ ਆਪਣੀਆਂ ਪੁਰਾਣੀਆਂ ਰਵਾਇਤਾਂ ਛੱਡ ਕੇ ਇੱਕ ਨਵੀਂ ਵਿਚਾਰਧਾਰਾ ਅਪਣਾ ਹੀ ਲਈ, ਫਿਰ ਉਹਦਾ ਤਾਂ ਪਿਛੋਕੜ ਨਾਲ ਸੰਬੰਧ ਹੀ ਨਹੀਂ ਰਿਹਾ। ਤੇ ਮੈਂ ਇੱਥੋਂ ਤੱਕ ਕਹਿ ਦੇਵਾਂ, ਇਹ ਕੋਈ ਮਾਣ ਵਾਲੀ ਗੱਲ ਨਹੀਂ ਆ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਆ। ਉਹਨਾਂ ਲਈ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਗੁਰੂ ਸਾਹਿਬਾਨਾਂ ਨੂੰ ਐਸੀ ਕੀ ਕਮੀ ਲੱਗੀ ਉਹਨਾਂ ਦੀ ਵਿਚਾਰ, ਗੁਰੂ ਸਾਹਿਬ ਨੂੰ ਇੱਕ ਨਵੀਂ ਵਿਚਾਰਧਾਰਾ ਦੇਣੀ ਪਈ। ਇਹ ਤਾਂ ਉਹਨਾਂ ਦੀ ਸੋਚਣ ਵਾਲੀ ਗੱਲ, ਮਾਣ ਵਾਲੀ ਗੱਲ ਹੈ ਹੀ ਨਹੀਂ ਉਹਨਾਂ। ਪਰ ਇੱਥੇ ਇੱਕ ਸਵਾਲ, ਜਦੋਂ ਉੱਥੇ ਇਕੱਠੇ ਹੋਏ ਸੀ ਸਾਰੇ, ਜਿੱਥੇ ਇਕਬਾਲ ਸਿੰਘ ਵੱਲੋਂ ਵਿਵਾਦਕ ਬਿਆਨ ਦਿੱਤਾ ਗਿਆ ਸੀ, ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਆਉਂਦਾ ਹੈ ਕਿ ਗੋਬਿੰਦ ਰਮਾਇਣ ਆ ਜਿਹੜੀ ਉਹ ਗੋਬਿੰਦ ਸਿੰਘ ਵੱਲੋਂ ਲਿਖੀ ਗਈ। ਦੇਖੋ, ਮੈਂ ਇਹ ਐਲਾਨੀਆ ਤੌਰ ਤੇ ਕਹਿਣਾ ਹੈ ਕਿ ਗੋਬਿੰਦ ਰਮਾਇਣ ਨਾਮ ਦਾ ਗ੍ਰੰਥ ਸਿੱਖ ਪੰਥ ਵਿੱਚ ਹੈ ਹੀ ਨਹੀਂ ਹੈ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾ ਅਵਤਾਰ ਤੇ ਕ੍ਰਿਸ਼ਨਾ ਅਵਤਾਰ ਦਾ ਜ਼ਿਕਰ ਜ਼ਰੂਰ ਕੀਤਾ, ਪਰ ਉਹਦੇ ਪਿੱਛੇ ਵੀ ਇੱਕ ਕਾਰਨ ਆ ਜੀ। ਕਿਉਂਕਿ ਦੇਖੋ, ਆਪਾਂ ਜਾਣਦੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਦੇ ਆ, ਉਹਦੇ ਵਿੱਚ ਬਚਨ ਪੜ੍ਹਦੇ ਆ ਨਾ ਜੀ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਮੰਨ ਲਓ ਕੋਈ ਬੰਦਾ ਕਿਸੇ ਹੋਰ ਦੇਸ਼ ਦੇ ਵਿੱਚ ਸਿੱਖੀ ਧਾਰਨ ਕਰ ਚੁੱਕਾ ਹੈ ਤੇ ਉਹਨੂੰ ਹਿੰਦੂਆਂ ਦੇ ਇਤਿਹਾਸ ਬਾਰੇ ਨਹੀਂ ਪਤਾ। ਮੰਨ ਲਓ ਉਹ ਬੰਦਾ ਜਦੋਂ ਇਹਨਾਂ ਪੰਕਤੀ ਪੜ੍ਹੇਗਾ, ਕਿਉਂਕਿ ਸਿੱਖ ਹੋ ਗਿਆ, ਗੁਰਬਾਣੀ ਤਾਂ ਪੜ੍ਹੇਗਾ, ਜਦੋਂ ਉਹ ਬੰਦਾ ਪੜ੍ਹੇਗਾ ਵੀ ਰਾਮ ਗਇਓ ਰਾਵਣ ਗਇਓ, ਤੇ ਸੋਚੇਗਾ ਵੀ ਰਾਮ ਕੌਣ ਸੀ, ਇਹ ਤਾਂ ਜ਼ਿਕਰ ਕਿਉਂ ਹੋਇਆ? ਰਾਵਣ ਕੌਣ ਸੀ, ਇਹ ਤਾਂ ਜ਼ਿਕਰ ਕਿਉਂ ਹੋਇਆ? ਫਿਰ ਉਹਨੂੰ ਉਹਨਾਂ ਦੇ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਖੀਆਂ ਤਾਂ ਸੁਣਾਈਆਂ ਨਹੀਂ ਹੋਈਆਂ ਜਾਂ ਉਹਨਾਂ ਦੇ ਇਤਿਹਾਸ ਦੀ ਡਿਟੇਲ ਤਾਂ ਮਿਲਦੀ ਨਹੀਂ, ਸਿਰਫ ਇੱਕ ਸਿਧਾਂਤ, ਇੱਕ ਸੱਚ ਰੱਖਿਆ ਗਿਆ। ਉਹ ਹੁਣ ਕਿਵੇਂ ਸਮਝਣਗੇ? ਇਹਦੇ ਲਈ ਉਹਨਾਂ ਦਾ ਪਿਛੋਕੜ ਜਾਣਨਾ ਜ਼ਰੂਰੀ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਹੁਕਮ ਕੀਤਾ ਸੀ ਕਿ ਇੱਕ ਸਿੱਖ ਨੇ ਕੰਪੈਰੀਟਿਵ ਸਟੱਡੀ ਕਰਨੀ ਹੈ, ਭਾਵ ਦੂਜੇ ਧਰਮ ਗ੍ਰੰਥਾਂ ਦਾ ਵੀ ਗਿਆਨ ਲੈਣਾ ਹੈ, ਪਰ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਕਰਨਾ ਹੈ। ਪਰ ਹੁਣ ਇੱਥੇ ਇੱਕ ਇਹ ਵੀ ਗੱਲ ਉੱਠਦੀ ਆ ਵੀ ਮੁਸਲਮਾਨਾਂ ਦੇ ਇਤਿਹਾਸ ਦਾ ਜ਼ਿਕਰ ਕਿਉਂ ਨਹੀਂ ਕੀਤਾ? ਉਹਦਾ ਇੱਕ ਕਾਰਨ ਹੈ। ਦੇਖੋ, ਬਾਕੀ ਜਿੰਨੇ ਧਰਮ ਸੀ ਨਾ, ਹਰ ਬੰਦਾ ਉਹਨਾਂ ਦੇ ਧਰਮ ਗ੍ਰੰਥ ਪੜ੍ਹ ਸਕਦਾ ਸੀ। ਮੈਂ ਸਭ ਤੋਂ ਵੱਡਾ ਸਬੂਤ ਆ ਭਾਈ ਨੰਦ ਲਾਲ, ਜਦੋਂ ਗੁਰੂ ਦੀ ਸ਼ਰਣੀ ਨਹੀਂ ਸੀ ਆਏ ਨਾ, ਤੁਸੀਂ ਦੇਖ ਲਓ, ਉਹ ਔਰੰਗਜ਼ੇਬ ਦੇ ਪੁੱਤਰ ਦੇ ਉਸਤਾਦ ਸਨ ਤੇ ਕੁਰਾਨ ਦੇ ਬੜੇ ਵੱਡੇ ਵਿਦਵਾਨ ਸਨ। ਹਾਲਾਂਕਿ ਔਰੰਗਜ਼ੇਬ ਦਾ ਇਹ ਸੁਭਾਅ ਤਾਂ ਰਿਹਾ ਹੈ ਕਿ ਉਹ ਬੰਦਾ ਇੱਕ ਵਿਦਵਾਨ ਬੰਦੇ ਨੂੰ ਆਪਣੇ ਇਸਲਾਮ 'ਚ ਲੈ ਕੇ ਆਉਣਾ ਚਾਹੁੰਦਾ ਹੈ, ਪਰ ਉਹਨੇ ਆਪਣੇ ਗ੍ਰੰਥ ਪੜ੍ਹਨ ਤੇ ਪਾਬੰਦੀ ਨਹੀਂ ਲਾਈ। ਹੁਣ ਭਾਈ ਨੰਦ ਲਾਲ ਹਿੰਦੂ ਹੋਣ ਦੇ ਬਾਵਜੂਦ ਵੀ, ਉਦੋਂ ਗੁਰੂ ਦੀ ਸ਼ਰਣੀ ਨਹੀਂ ਸੀ ਆਏ, ਹਿੰਦੂ ਹੋਣ ਦੇ ਬਾਵਜੂਦ ਵੀ ਕੁਰਾਨ ਗ੍ਰੰਥ ਦੇ ਬੜੇ ਵੱਡੇ ਵਿਦਵਾਨ ਨੇ। ਇਹਦਾ ਮਤਲਬ ਬਾਕੀ ਗ੍ਰੰਥਾਂ ਦੀ ਸਟੱਡੀ ਹੋ ਸਕਦੀ ਸੀ, ਪਰ ਜਦੋਂ ਹਿੰਦੂ ਗ੍ਰੰਥਾਂ ਦੀ ਗੱਲ ਆਉਂਦੀ ਆ ਨਾ, ਇਹਨਾਂ ਬ੍ਰਾਹਮਣਾਂ ਨੇ ਕਹਿ ਦਿੱਤਾ ਸੀ ਤੇ ਰੋਕ ਲਾ ਦਿੱਤੀ ਸੀ ਵੀ ਨਾ ਸਾਡੇ ਗ੍ਰੰਥ ਕੋਈ ਸ਼ੂਦਰ ਪੜ੍ਹ ਸਕਦਾ ਹੈ। ਤੇ ਸਿੱਖਾਂ ਨੂੰ ਵੀ ਜਦੋਂ ਉਹਨਾਂ ਦੀ ਵਿੱਦਿਆ ਲੈਣ ਭੇਜਿਆ ਗਿਆ ਤੇ ਉਹਨਾਂ ਨੇ ਸ਼ਰਤ ਲਾਈ ਵੀ ਵਿੱਦਿਆ ਦੇ ਸਕਦੇ ਆ, ਪਰ ਸਿੱਖ ਪਹਿਲਾਂ ਹਿੰਦੂ ਬਣੇ, ਜਨੇਊ ਪਾਏ, ਫਿਰ ਤਾਂ ਸਾਡੇ ਗ੍ਰੰਥ ਪੜ੍ਹ ਸਕਦਾ ਹੈ, ਨਹੀਂ ਤੇ ਨਹੀਂ ਪੜ੍ਹ ਸਕਦਾ। ਤੇ ਗੁਰੂ ਗੋਬਿੰਦ ਸਿੰਘ ਇਹ ਕਿਵੇਂ ਕਰ ਸਕਦੇ ਸੀ? ਇਸ ਕਰਕੇ ਉਹਨਾਂ ਨੇ ਰੋਕ ਲਾਈ ਸੀ। ਇਸ ਕਰਕੇ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਸੀ, ਉਹਨਾਂ ਦੇ ਇਤਿਹਾਸ ਦਾ ਜ਼ਿਕਰ ਕਰਨਾ ਜ਼ਰੂਰੀ ਸੀ, ਤਾਂ ਕਿ ਇਹ ਗੱਲ ਸਮਝ ਲੱਗ ਸਕੇ ਕਿ ਰਾਮ ਗਇਓ ਰਾਵਣ ਗਇਓ ਦੇ ਅਰਥ ਕੀ ਨੇ। ਪਰ ਕਈ ਪ੍ਰਚਾਰਕ ਇਹ ਵੀ ਕਹਿ ਦਿੰਦੇ ਨਾ ਕਿ ਕ੍ਰਿਸ਼ਨਾ ਅਵਤਾਰ ਜਿਹੜਾ ਲਿਖਿਆ ਗੁਰੂ ਨੇ,
ਦੇਖੋ ਉਹੀ ਮੈਂ ਕਹਿ ਰਿਹਾ, ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਲਿਖਿਆ ਜ਼ਰੂਰ ਏ, ਪਰ ਉਹਦਾ ਕਾਰਨ ਇਹ ਆ ਵੀ ਸਤਿਗੁਰੂ ਜੀ ਨੇ ਰਾਮ ਗਇਓ ਰਾਵਣ ਗਇਓ ਵਰਗੀਆਂ ਬੜੀਆਂ ਪੰਕਤੀਆਂ ਐਸੀਆਂ ਗੁਰੂ ਗ੍ਰੰਥ ਸਾਹਿਬ ਚ ਆਉਂਦੀਆਂ ਨੇ ਜਿਹਦੇ ਵਿੱਚ ਹਿੰਦੂ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ, ਪਰ ਉੱਥੇ ਉਹ ਪ੍ਰਮਾਤਮਾ ਲਈ ਸ਼ਬਦ ਨਹੀਂ ਵਰਤੇ ਗਏ, ਕੋਈ ਹੋਰ ਸਿਧਾਂਤ ਸਮਝਾਉਣ ਦੀ ਗੱਲ ਕਹੀ ਗਈ ਆ। ਪਰ ਉਹ ਗੱਲ ਡਿਟੇਲ ਨਾਲ ਸਮਝਣ ਲਈ ਉਹਨਾਂ ਦਾ ਮਿਥਿਹਾਸ ਸਮਝਣਾ ਜ਼ਰੂਰੀ ਸੀ। ਬਾਕੀ ਧਰਮ ਅਲਾਓ ਕਰਦੇ ਸੀ ਆਪਣਾ ਗ੍ਰੰਥ ਪੜ੍ਹਨ ਨੂੰ, ਪਰ ਹਿੰਦੂ ਬ੍ਰਾਹਮਣ ਨਹੀਂ ਅਲਾਓ ਕਰਦੇ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਆਪਣੀ ਭਾਸ਼ਾ ਦੇ ਵਿੱਚ ਉਹਨਾਂ ਦੇ ਗ੍ਰੰਥਾਂ ਦੇ ਉਲੱਥੇ ਕਰ ਦਿੱਤੇ। ਪਰ ਇੱਥੋਂ ਇਹ ਗੱਲ ਸਮਝਣੀ ਬੜੀ ਬੇਵਕੂਫੀ ਹੋਏਗੀ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੇ ਸ਼ਰਧਾ ਕਰਨ ਲੱਗ ਗਿਆ। ਮਹਾਰਾਜ ਨੇ ਭਾਵੇਂ ਰਾਮਾ ਅਵਤਾਰ ਤੇ ਕ੍ਰਿਸ਼ਨ ਅਵਤਾਰ ਲਿਖਿਆ, ਪਰ ਨਾਲ ਮਹਾਰਾਜ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮੈਂ ਸਿਰਫ ਉਹਨਾਂ ਦੇ ਗ੍ਰੰਥਾਂ ਦੇ ਉਲੱਥੇ ਕਰ ਰਿਹਾ, ਮੇਰੀ ਸ਼ਰਧਾ ਨਹੀਂ ਉਹਨਾਂ ਤੇ। ਕਿਉਂਕਿ ਸਤਿਗੁਰਾਂ ਨੇ ਇਹ ਵੀ ਸਪਸ਼ਟ ਕੀਤਾ, ਦਸਮ ਕਥਾ ਭਗਉਤ ਕੀ ਭਾਖਾਂ ਕਰੀ ਬਣਾਏ ਦਾ ਮਤਲਬ ਵੀ ਮੈਂ ਸਿਰਫ ਉਹਨਾਂ ਦੇ ਗ੍ਰੰਥਾਂ ਦੇ ਉਲੱਥੇ ਕਰ ਰਿਹਾ। ਦਸਮ ਗ੍ਰੰਥ ਦੇ ਵਿੱਚ 2 ਤਰ੍ਹਾਂ ਦੀ ਬਾਣੀ ਆਉਂਦੀ ਆ ਜੀ, ਇੱਕ ਨਿਰੋਲ ਪਰਮਾਤਮਾ ਨਾਲ ਜੁੜ ਕੇ ਉਚਾਰਨ ਕੀਤੀ ਗਈ ਬਾਣੀ, ਜਿਵੇਂ ਜਾਪ ਸਾਹਿਬ ਹੋ ਗਿਆ, ਅਕਾਲ ਉਸਤਤ ਹੋ ਗਈ। ਪਰ ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਉਹ ਨੇ ਜਿਹੜੇ ਸਿਰਫ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਉਲੱਥੇ ਨੇ। ਕਾਰਨ ਮੈਂ ਦੱਸਦਾ ਵੀ ਕਿਉਂ ਕੀਤੇ, ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾ ਨਹੀਂ ਹੈ। ਮਹਾਰਾਜ ਤਾਂ ਸਪਸ਼ਟ ਕਹਿੰਦੇ ਨੇ, ਮਹਾਰਾਜ ਕਹਿੰਦੇ ਭਾਵੇਂ ਮੈਂ ਉਹ ਉਲੱਥੇ ਕੀਤੇ ਪਰ ਦੁਨੀਆ ਸਮਝ ਲਏ ਮੈਂ ਨਾ ਗਨੇਸਹਿ ਪ੍ਰਿਥਮ ਮਨਾਊ ਕਿਸਨ ਬਿਸਨ ਕਬਹੂ ਨਾ ਧਿਆਊ ਕਾਨ ਸੁਣੇ ਪਹਿਚਾਨ ਨਾ 300। ਮੈਂ ਸਿਰਫ ਕੰਨੀ ਸੁਣ ਕੇ ਉਹਨਾਂ ਦੇ ਉਲੱਥੇ ਕਰ ਰਿਹਾ, ਪਰ ਮੈਂ ਉਹਨਾਂ ਨੂੰ ਪਛਾਣਦਾ ਨਹੀਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਉਲੱਥੇ ਜ਼ਰੂਰ ਕੀਤੇ ਪਰ ਮੈਂ ਉਹਨਾਂ ਦੀ ਗੱਲ ਮੰਨਦਾ ਨਹੀਂ, ਮੇਰੀ ਕੋਈ ਸ਼ਰਧਾ ਨਹੀਂ। ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਇਹ ਬੇਨਤੀ ਕਰਾਂਗਾ, ਜੇ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਦਾ ਜ਼ਿਕਰ ਕਰਨ ਦਾ, ਫਿਰ ਇਹ ਵੀ ਜ਼ਿਕਰ ਕਰਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਗੱਲ ਕਹੀ ਹੈ, ਪਖਾਨ ਪੂਜ ਹੋ ਨਹੀਂ ਭੇਖ ਭੀਜ ਹੋ ਕਹੀਂ ਅਨੰਤ ਨਾਮ ਗਾਏ ਹੋ ਪਰਮ ਪੁਰਖ ਪਾਏ ਹੋ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਨਹੀਂ ਪੱਥਰ ਪੂਜਦਾ। ਕੀ ਮੋਦੀ ਜੀ ਇਹ ਜ਼ਿਕਰ ਕਰ ਸਕਦੇ ਆ? ਗੁਰੂ ਸਾਹਿਬ ਕਹਿੰਦੇ ਮੈਂ ਰਾਮਾ ਅਵਤਾਰ ਉਹਨਾਂ ਦਾ ਉਲੱਥਾ ਕੀਤਾ ਪਰ ਮੇਰੀ ਕੋਈ ਸ਼ਰਧਾ ਨਹੀਂ ਉਹਨਾਂ ਤੇ, ਕਰਨਗੇ ਜ਼ਿਕਰ। ਤੋ ਇਹ ਸਾਨੂੰ ਪੂਰਾ ਜਿਹੜਾ ਭਾਵ ਸਮਝਣਾ ਜ਼ਰੂਰੀ ਆ, ਕਿਉਂ ਲਿਖਿਆ ਪਰ ਕੋਈ ਸ਼ਰਧਾ ਨਹੀਂ, ਕੋਈ ਭਾਵਨਾ ਨਹੀਂ, ਅਸੀਂ ਉਹਨਾਂ ਨੂੰ ਰੱਬ ਨਹੀਂ ਮੰਨਦੇ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੱਲ ਨਿਕਲਿਆ ਨਹੀਂ। ਉਸ ਤੋਂ ਬਾਅਦ ਜਿਹੜਾ ਸੁੱਚਾ ਲੰਗਾਹ ਸੀਗਾ ਉਹਨੂੰ ਕਿਸੇ ਦਲ ਪੰਥ ਵੱਲੋਂ ਅੰਮ੍ਰਿਤਪਾਨ ਜਿਹੜਾ ਕਰਵਾ ਦਿੱਤਾ ਜਾਂਦਾ, ਅਕਾਲ ਤਖਤ ਤੋਂ ਛੇਕਿਆ ਹੋਇਆ ਹੈ। ਇੱਥੇ ਜਿਹੜੇ ਅਬਦੇ ਜਿਹੜੇ ਹੈਗੇ ਆ ਉਹ ਹੀ ਨਹੀਂ ਅਕਾਲ ਤਖਤ ਦੀ ਜਿਹੜੀ ਪਾਲਣਾ ਕਰਦੇ, 5 ਪਿਆਰੇ ਜਿਹੜੇ ਉਹਨਾਂ ਨੂੰ ਹੀ ਨਹੀਂ ਪਤਾ ਜਿਹੜੇ ਲੱਗ ਜਾਂਦੇ ਨੇ ਕਿ ਜਿਹੜੇ ਅਕਾਲ ਤਖਤ ਦੇ ਹੁਕਮ ਕੀ ਨੇ। ਇਹ ਤਾਂ ਮੈਂ ਸੋਚਦਾ ਬੜੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਆ ਕਿ ਜਿਨ੍ਹਾਂ ਨੂੰ 5 ਪਿਆਰਿਆਂ ਦਾ ਅਹੁਦਾ ਮਿਲਿਆ, ਜਿਸ ਸੁੱਚੇ ਲੰਗਾਹ ਨੂੰ ਬੱਚਾ ਜਾਣਦਾ ਵੀ ਕੌਣ ਸੀ, ਕੀ ਉਹਨੇ ਕਰਤੂਤ ਕੀਤੀ ਸੀ, ਏਡੀ ਵੱਡੀ ਜ਼ਿੰਮੇਵਾਰੀ ਹੁਣ ਜਿਹਨੂੰ ਵੀ ਅੰਮ੍ਰਿਤ ਛਕਾਉਣਾ ਹੈ ਨਾ, 5 ਪਿਆਰਿਆਂ ਵੱਲੋਂ ਪਹਿਲਾਂ ਪੁੱਛਿਆ ਜਾਂਦਾ ਵੀ ਭਾਈ ਤੁਸੀਂ ਪਹਿਲਾਂ ਕੋਈ ਬੱਜਰ ਕੁਰੈਤ ਤਾਂ ਨਹੀਂ ਕੀਤੀ, ਫੇਰ ਛਕਾਇਆ ਜਾਂਦਾ ਹੈ। ਜਦੋਂ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੋਊਗਾ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਐਲਾਨ ਕੀਤਾ ਜਾਂਦਾ 5 ਪਿਆਰਿਆਂ ਵੱਲੋਂ, ਭਾਈ ਜਿਹੜੇ ਤਨਖਾਹੀਏ ਨੇ ਖੜੇ ਹੋ ਜਾਓ, ਜਿਨ੍ਹਾਂ ਨੇ ਕੋਈ ਕੁਰੈਤੀ ਨੇ ਖੜੇ ਹੋ ਜਾਓ। ਪਹਿਲਾਂ ਉਹਨਾਂ ਨੂੰ ਸਜ਼ਾ ਲਾਈ ਜਾਂਦੀ ਆ। ਹੁਣ ਉਹਨਾਂ ਨੂੰ ਪਤਾ ਨਾ ਲੱਗਿਆ ਹੋਊਗਾ ਵੀ ਇੱਕ ਪੰਥ ਚੋਂ ਛੇਕਿਆ ਬੰਦਾ ਵੀ ਆ ਗਿਆ, ਲੱਗਿਆ ਹੋਊਗਾ। ਸਿਰਫ ਇਹ ਝੂਠੇ ਦਾਅਵੇ ਨੇ, ਬਚਾਅ ਕੀਤੇ ਜਾ ਰਹੇ ਨੇ। ਤੇ ਮੈਂ ਇੱਕ ਇਹ ਵੀ ਬੇਨਤੀ ਕਰ ਦੇਵਾਂ, ਉਨੀ ਦੇਰ ਤੱਕ ਕੌਮ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਜਿੰਨੀ ਦੇਰ ਤੱਕ ਅਸੀਂ ਸਾਰੇ ਜਥੇਬੰਦੀਆਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਹੁੰਦੇ। ਹੱਲ ਬਸ ਇੱਕੋ ਹੀ ਆ। ਹੁਣ ਦੇਖੋ ਅਸੀਂ ਸਮਰਪਿਤ ਨਹੀਂ ਹੋਏ ਤਾਂ ਹੀ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਵੀ ਖਿਲਾਫੀ ਕਰ ਲੈਂਦੇ, ਉਹਦੇ ਖਿਲਾਫ ਜਾ ਕੇ ਅਸੀਂ ਕੋਈ ਕੰਮ ਕਰ ਲੈਂਦੇ। ਤੋ ਬਿਲਕੁਲ ਨਜਾਇਜ਼ ਗੱਲਾਂ ਨੇ ਜੀ। ਜੋ ਸ਼ਰਨੀ ਆਵੇ ਤਿਸ ਕੰਠ ਲਾਵੇ, ਜੋ ਕਹਿੰਦੇ ਗੁਰੂ ਪਾਤਸ਼ਾਹ ਦੇ ਸ਼ਰਨੀ ਆ ਜਾਂਦਾ ਜਾਂ ਅਕਾਲ ਤਖਤ ਦੇ ਪੇਸ਼ ਹੋ ਜਾਂਦਾ ਜਾਂ 5 ਪਿਆਰਿਆਂ ਦੇ ਸਾਹਮਣੇ ਆਪਦੇ ਆਪ ਨੂੰ ਤਲਬ ਕਰ ਦਿੰਦਾ ਹੈ ਤੇ ਉਹਨੂੰ ਜਿਹੜਾ ਉਹ ਬਖਸ਼ਿਆ ਜਾਂਦਾ ਹੈ। ਇਹ ਜਿਹੜੀਆਂ ਬੱਜਰ ਕਰੈਤਾਂ ਜਿਹੜੀਆਂ ਕੀਤੀਆਂ, ਚਾਹੇ ਸੁੱਚਾ ਲੰਗਾਹ ਹੋਵੇ, ਚਾਹੇ ਇਕਬਾਲ ਸਿੰਘ ਵਰਗਾ ਹੋਵੇ, ਚਾਹੇ ਇੱਕ ਤੁੱਕਾ ਹੋਰ ਕੋਈ ਵੀ ਹੋਵੇ ਜਿਨ੍ਹਾਂ ਨੇ ਸਿੱਖ ਪੰਥ ਦੀ ਸ਼ਾਨ ਦੇ ਖਿਲਾਫ ਕੋਈ ਵੀ ਕਦਮ ਜਿਹੜਾ ਚੱਕਿਆ, ਕਿ ਇਹਨਾਂ ਨੂੰ ਵੀ ਬਖਸ਼ਿਆ ਜਾਏ? ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਗੁਰਬਾਣੀ 'ਚ ਬਚਨ ਕੀਤਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਪਰ ਨਾਲ ਮਹਾਰਾਜ ਨੇ ਇਹ ਵੀ ਕਿਹਾ ਵੀ ਬਿਨ ਪ੍ਰਤੀਤੀ ਕੂੜੀ ਅੱਖੀ ਮੀਟ ਦੇ ਤਿਨਕਾ ਉੱਤਰ ਜਾਏਗਾ ਝੂਠ ਗਮਾਨ। ਸ਼ਰਨੀ ਆਏ ਮਾਫ ਹੋ ਸਕਦੇ ਨੇ ਪਰ ਬਹੁਤੇ ਸ਼ਰਨੀ ਨਹੀਂ ਆਉਂਦੇ ਜੀ, ਚਲਾਕੀਆਂ ਕਰਦੇ। ਹੁਣ ਸੁੱਚੇ ਲੰਗਾਹ ਅਰਗੇ ਤੁਹਾਨੂੰ ਲੱਗਦਾ ਵੀ ਅੰਦਰੋਂ ਮਾਫੀ ਦੀ ਭਾਵਨਾ ਲੈ ਕੇ ਆਉਂਦੇ ਨੇ? ਉਹ ਤਾਂ ਉਹਨਾਂ ਦਾ ਤਾਂ ਇੱਕ ਮਨੋਰਥ ਆ ਰਾਜਨੀਤੀ ਦੇ ਵਿੱਚ ਪੈਰ ਪਸਾਰਨੇ। ਹੁਣ ਪਤਾ ਮੈਨੂੰ ਸਿੱਖ ਨਹੀਂ ਪੁੱਛਦਾ ਕੋਈ। ਇਸ ਕਰਕੇ ਜੇ ਕਿਸੇ ਅਹੁਦੇ ਤੇ ਪਹੁੰਚਣਾ ਚਾਹੁੰਦਾ, MP MLA ਜਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਅਹੁਦੇ ਤੇ ਪਹੁੰਚਣਾ ਚਾਹੁੰਦਾ, ਉਹਨੂੰ ਮਾਫੀ ਜ਼ਰੂਰੀ ਆ। ਉਹ ਬੰਦੇ ਤਾਂ ਚਲਾਕੀ ਨਾਲ ਲਾਉਂਦੇ। ਕਿਸੇ ਵੀਰ ਨੇ ਬੜੀ ਸੋਹਣੀ ਗੱਲ ਕਹੀ ਸੀ ਵੀ ਜਿਹੜੇ ਮਤਲਬ ਨਾਲ ਲਾਉਂਦੇ ਨਾ ਉਹ ਮਤਲਬ ਹੀ ਦੂਰ ਕਰ ਦੋ। ਸੁੱਚੇ ਲੰਗਾਹ ਨੂੰ ਕਹਿ ਦੋ ਵੀ ਸ਼ਰਤ ਆ ਅੱਜ ਤੋਂ ਬਾਅਦ ਤੂੰ ਰਾਜਨੀਤੀ 'ਚ ਪੈਰ ਨਹੀਂ ਪਾਉਣਾ, ਤੇ ਵੇਖ ਲਿਓ ਅੱਧੇ ਰਾਜਨੀਤਿਕ ਬੰਦੇ ਉੱਥੇ ਹੀ ਭੱਜ ਜਾਣਗੇ ਵੀ ਮੈਨੂੰ ਪੰਥ 'ਚ ਸ਼ਾਮਲ ਹੋਣ ਦੀ ਲੋੜ ਨਹੀਂ, ਜੇ ਮੈਂ ਰਾਜਨੀਤੀ 'ਚ ਹੀ ਸ਼ਾਮਲ ਨਹੀਂ ਹੋਣਾ ਮੈਨੂੰ ਅਹੁਦਾ ਹੀ ਨਹੀਂ ਮਿਲਣਾ, ਮੈਂ ਪੰਥ 'ਚ ਆ ਕੇ ਕੀ ਕਰਨਾ। ਅੱਧੇ ਤਾਂ ਇਸ ਤਰ੍ਹਾਂ ਹੀ ਭੱਜ ਜਾਣਗੇ। ਤੇ ਮੈਂ ਇੱਕ ਅਪੀਲ ਬੇਨਤੀ ਜਥੇਦਾਰ ਸਾਹਿਬ ਨੂੰ ਵੀ ਜ਼ਰੂਰ ਕਰਾਂਗਾ ਆਖਰ ਤੇ। ਦੇਖੋ ਜੀ, ਮੈਂ ਭਾਵੇਂ ਇੱਕ ਨਿਮਾਣਾ ਜਾਂ ਸਿੱਖ ਹਾਂ,
ਮੇਰਾ ਬਹੁਤਾ ਕੋਈ ਵੱਡਾ ਅਹੁਦਾ ਨਹੀਂ, ਮੈਂ ਤਾਂ ਸਿਰਫ ਹੱਥ ਜੋੜ ਬੇਨਤੀ ਕਰ ਸਕਦਾ। ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ ਕਿ ਹੁਣ ਨਿਆਂ ਬਰਾਬਰ ਦਾ ਕਰਿਓ ਜੀ। ਉਹ ਚਲੋ ਉਹ ਸ਼੍ਰੋਮਣੀ ਕਮੇਟੀ ਦੇ ਬੰਦੇ, ਉਹਨਾਂ ਨੂੰ ਬਰਖਾਸਤ ਕੀਤਾ, ਠੀਕ ਆ, ਉਹ ਤਾਂ ਛੋਟੇ ਜਿਹੇ ਮੋਹਰੇ ਸੀ। ਕੜੀ ਲੱਭੀ ਜਾਵੇ ਵੀ ਇਹ ਕੜੀ, ਇਹ ਲੜੀ ਜੁੜਦੀ ਕਿੱਥੋਂ ਤੱਕ, ਕਿ ਭਾਵੇਂ ਕੋਈ ਰਹਿ ਚੁੱਕਾ ਰਾਜਾ ਵੀ ਕਿਉਂ ਨਾ ਹੋਵੇ, ਉਹਨੂੰ ਵੀ ਤਲਬ ਕੀਤਾ ਜਾਵੇ, ਉਹਨੂੰ ਵੀ ਪੇਸ਼ ਕੀਤਾ ਜਾਵੇ ਵੀ ਭਾਈ ਤੂੰ ਇਹ ਗੁਨਾਹ ਕੀਤਾ, ਸੁੱਚੇ ਲੰਗਾਹ ਦੇ ਨਾਲ ਤੂੰ ਇਸ ਤਰ੍ਹਾਂ ਕਿਉਂ ਕੀਤਾ, ਤੇ ਉਹਨੂੰ ਮਾਫ ਕਰਾਉਣ ਦੀ ਕੜੀ ਤੇਰੇ ਤੱਕ ਜੁੜਦੀ ਪਈ ਆ। ਤੇ ਇੱਥੋਂ ਤੱਕ ਮੈਂ ਕਹਿੰਦਾ, ਅੱਜ ਦੇਖੋ ਜਦੋਂ ਵੀ ਲੋਕਾਂ ਦੇ ਨਾਲ ਆਪਾਂ ਗੱਲਾਂ ਕਰਦੇ ਆ ਨਾ, ਲੋਕ ਇਹ ਜਦੋਂ ਵੀ ਜਥੇਦਾਰਾਂ ਦੀ ਗੱਲ ਆਉਂਦੀ ਹੈ, ਲੋਕ ਇਹ ਗੱਲ ਕਹਿ ਦਿੰਦੇ ਜੀ ਜਥੇਦਾਰਾਂ ਦੀ ਕੀ ਛਵੀ ਹੈਗੀ ਹੈ। ਹਾਲਾਂਕਿ ਕਿਰਦਾਰ ਕੁਸ਼ੀ ਵੀ ਕੀਤੀ ਜਾਂਦੀ ਹੈ ਵਿਰੋਧੀਆਂ ਵੱਲੋਂ, ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿੰਨੀ ਦੇਰ ਤੱਕ ਪੁਰਾਣੇ ਜਥੇਦਾਰਾਂ ਦੀ ਗਲਤੀ ਸੁਧਾਰੀ ਨਹੀਂ ਨਾ ਜਾਂਦੀ, ਉਨੀ ਦੇਰ ਤੱਕ ਛਵੀ ਸੁਧਰ ਵੀ ਨਹੀਂ ਸਕਦੀ। ਹੁਣ ਪਿਛਲੇ ਜਥੇਦਾਰ ਗੁਰਬਚਨ ਸਿਉ ਨੇ ਦੇਖੋ, ਹੁਣ ਸਰਸੇ ਵਾਲੇ ਨੂੰ ਮਾਫੀ ਦਿੱਤੀ, ਬਿਨਾਂ ਮੰਗਿਆਂ ਦਿੱਤੀ, ਚਲੋ ਭਾਵੇਂ ਵਾਪਸ ਲੈ ਲਈ, ਪਰ ਉਹ ਗਲਤੀ ਦਾ ਸੁਧਾਰ ਨਹੀਂ ਹੈ। ਮਾਫੀ ਦਿੱਤੀ ਕਿਉਂ ਗਈ? ਗਲਤੀ ਦਾ ਸੁਧਾਰ ਤਾਂ ਹੋਵੇਗਾ, ਕੌਮ ਦੇਖੋ ਹੁਣ ਵਾਰ-ਵਾਰ ਉਹ ਗੱਲਾਂ ਕਰ ਰਹੀ ਹੈ, ਮੌਜੂਦਾ ਜਥੇਦਾਰ ਪੁਰਾਣੇ ਜਥੇਦਾਰ ਨੂੰ ਤਲਬ ਕਰੇ, ਭਰਾਵਾ ਤੈਨੂੰ ਅਹੁਦਾ ਦਿੱਤਾ ਗਿਆ ਸੀ, ਤੂੰ ਐਡਾ ਵੱਡਾ ਗੁਨਾਹ ਕਿਉਂ ਕੀਤਾ, ਦੇ ਕੌਮ ਨੂੰ ਜਵਾਬ। ਹੁਣ ਗੁਰਬਚਨ ਸਿੰਘ ਨੇ ਕੋਈ ਦਿੱਤਾ ਸਪਸ਼ਟੀਕਰਨ ਆਪਦਾ, ਕੁਛ ਸਪਸ਼ਟੀਕਰਨ ਨਹੀਂ। ਹੋ ਸਕਦਾ ਵੀ ਉਹਨਾਂ ਨੂੰ ਜਿਹੜਾ ਤਲਬ ਕੀਤਾ ਹੀ ਨਹੀਂ ਗਿਆ, ਉਹਨਾਂ ਤੋਂ ਸਵਾਲਾਂ ਦੇ ਜਵਾਬ ਮੰਗੇ ਹੀ ਨਹੀਂ ਗਏ, ਕਿ ਜਿਹੜੀਆਂ ਗਲਤੀਆਂ ਕਰ ਲੈਂਦੇ ਅਗਲਾ ਦਾ ਜਥੇਦਾਰ ਨੂੰ ਨਹੀਂ ਕਿਸੇ ਨੇ ਪੁੱਛਿਆ, ਤਾਂ ਅਸੀਂ ਤਾਂ ਫਿਰ ਨਿੱਕੀ ਜੀ ਗਲਤੀ ਕਰ। ਬਿਲਕੁਲ ਜੀ, ਮੌਜੂਦਾ ਜਥੇਦਾਰ ਨੂੰ, ਉਹਨਾਂ ਸਾਰ ਪੁਰਾਣਿਆਂ ਨੇ ਗਲਤੀ ਕੀਤੀ, ਉਹਨਾਂ ਨੂੰ ਸੱਦਣਾ ਚਾਹੀਦਾ ਹੈ। ਤੇ ਮੈਂ ਇਹ ਵੀ ਬੇਨਤੀ ਕਰ ਦੇਵਾਂ, ਨਿਆਂ ਹੁਣ ਜਦੋਂ ਢੰਡਰੀਆਂ ਵਾਲੇ ਦੀ ਗੱਲ ਆਉਂਦੀ ਆ ਨਾ, ਉਹ ਲੋਕ ਕੀ ਕਹਿੰਦੇ ਆ, ਆਹੀ ਗੱਲ ਕਹਿੰਦੇ ਨਾ ਵੀ ਆਪਣੀ ਕੱਚ 'ਚ ਤੇ ਦੂਜਿਆਂ ਦੀ ਹੱਥ 'ਚ, ਇਹੀ ਕਹਿੰਦੇ ਆ ਨਾ। ਤੇ ਦੇਖੋ ਭਾਵੇਂ ਮੈਂ ਕਿਆ ਹੋ ਵੀ ਰਿਹਾ ਕਿਤੇ ਨਾ ਕਿਤੇ, ਬਿਲਕੁਲ ਜੀ, ਮੈਂ ਤੇ ਭਾਈ ਢੰਡਰੀਆਂ ਵਾਲੇ ਦੀ ਵਿਚਾਰ ਨਾਲ ਸਹਿਮਤ ਨਹੀਂ ਆ, ਪਰ ਮੈਂ ਇਹ ਕਹਿੰਦਾ ਵੀ ਨਿਆਂ ਤਾਂ ਬਰਾਬਰ ਦਾ ਹੋਣਾ ਚਾਹੀਦਾ ਹੈ। ਹੁਣ ਜਿੰਨਾ ਕਸੂਰਵਾਰ ਭਾਈ ਢੱਡਰੀਆਂ ਵਾਲੇ ਜੇ ਉਹ ਪ੍ਰਮਾਤਮਾ ਦੀ ਹੋਂਦ ਤੇ ਸਵਾਲ ਕਰ ਰਹੇ ਨੇ, ਜਿੰਨਾ ਕਸੂਰ ਉਹਨਾਂ ਦਾ ਹੈ, ਉਹਨਾਂ ਕਸੂਰ ਤਾਂ ਉਹਨਾਂ ਪ੍ਰਚਾਰਕਾਂ ਦਾ ਵੀ ਆ ਜਿਹੜੇ ਗੁਰਬਾਣੀ ਨੂੰ ਮਜ਼ਾਕ ਬਣਾ ਕੇ ਪੇਸ਼ ਕਰ ਰਹੇ ਨੇ। ਹੁਣ ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ, ਉਹਨਾਂ ਨੂੰ ਤਲਬ ਕਿਉਂ ਨਹੀਂ ਕਰਦੇ? ਮਜ਼ਾਕ ਬਣਾ ਛੱਡਿਆ ਉਹਨੇ ਤਾਂ ਪੰਥ ਦਾ। ਕਿਸੇ ਨੂੰ ਇਸ ਕਰਕੇ ਨਹੀਂ ਮਾਫ ਕਰਨਾ ਚਾਹੀਦਾ ਵੀ ਉਹ ਕਿਹੜੀ ਜਥੇਬੰਦੀ ਨਾਲ ਸੰਬੰਧ ਰੱਖਦਾ ਹੈ। ਠੀਕ ਆ, ਦਮਦਮੀ ਟਕਸਾਲ ਇੱਕ ਬਹੁਤ ਸਤਿਕਾਰਯੋਗ ਜਥੇਬੰਦੀ ਆ, ਪਰ ਜੇ ਸਤਿਕਾਰਯੋਗ ਜਥੇਬੰਦੀ ਦਾ ਕੋਈ ਪ੍ਰਚਾਰਕ ਗਲਤੀ ਕਰਦਾ ਹੈ, ਸਿਰਫ ਜਥੇਬੰਦੀ ਦਾ ਸਤਿਕਾਰਯੋਗ ਹੋਣ ਕਰਕੇ ਉਸ ਗੁਨਹਗਾਰ ਪ੍ਰਚਾਰਕ ਨੂੰ ਮਾਫ ਕਰ ਦੇਣਾ, ਇਹ ਕੋਈ ਨਿਆਂ ਨਹੀਂ ਹੈ। ਨਿਆਂ ਬਰਾਬਰ ਦਾ ਹੋਵੇ। ਕਿ ਜਿੰਨਾ ਚਿਰ ਅਕਾਲੀ ਫੂਲਾ ਸਿੰਘ ਵਰਗੇ ਫੈਸਲੇ ਨਹੀਂ ਆਉਂਦੇ, ਉਹਨਾਂ ਚਿਰ ਕੋਈ ਹੱਲ ਨਹੀਂ। ਬਿਲਕੁਲ ਜੀ, ਸਾਡੇ ਜਥੇਦਾਰਾਂ ਨੂੰ ਬਿਲਕੁਲ ਉਸ ਲੈਵਲ ਤੇ ਆ ਕੇ ਨਿਆਂ ਕਰਨਾ ਪੈਣਾ। ਪੁਰਾਣੇ ਜਥੇਦਾਰਾਂ ਦੀਆਂ ਗਲਤੀਆਂ ਸੁਧਾਰਨੀਆਂ ਚਾਹੀਦੀਆਂ ਨੇ। ਠੀਕ ਆ, ਅਸੀਂ ਇਹ ਮੰਨਦੇ ਆ, ਪੁਰਾਣੇ ਜਥੇਦਾਰਾਂ ਨਾਲੋਂ ਅੱਜ ਦੇ ਜਥੇਦਾਰ ਬਹੁਤ ਬਿਹਤਰ ਨੇ, ਵਿਦਵਾਨ ਨੇ, ਸੂਝਵਾਨ ਨੇ, ਤੇ ਅਸੀਂ ਆਸ ਲਾਈ ਹੋਈ ਅੱਜ ਕੌਮ ਦੀਆਂ ਨਜ਼ਰਾਂ ਉਹਨਾਂ ਤੇ ਨੇ। ਪਰ ਉਮੀਦ ਆ ਵੀ ਉਹ ਸਾਡੀਆਂ ਆਸਾਂ ਤੇ ਪੂਰੇ ਉਤਰਨਗੇ। ਮੰਜ਼ਿਲ ਅਜੇ ਦੂਰ ਆ। ਅਕਾਲੀ ਫੂਲਾ ਸਿੰਘ ਵਾਲੀ ਮੰਜ਼ਿਲ ਹਜੇ ਦੂਰ ਆ। ਭਾਈ ਰਣਜੀਤ ਸਿੰਘ ਢੰਡਰੀਆਂ ਵਾਲਾ ਸਟੇਜ ਤੇ ਕਹਿ ਰਹੇ ਸਨ ਕਿ ਦੇਖਾਂਗੇ ਹੁਣ ਇਕਬਾਲ ਸਿੰਘ ਨੂੰ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬੁਲਾ ਕੇ ਤਲਬ ਕਰਦੇ ਜਾਂ ਨਹੀਂ ਕਰਦੇ, ਕਿਉਂਕਿ ਇਹਨਾਂ ਦੀ ਕੁਰਸੀ ਜਿਹੜੀ ਉਹ ਖੁੱਸ ਸਕਦੀ ਹੈ, ਉਸ ਤੋਂ ਬਾਅਦ ਜਥੇਦਾਰੀ ਪਰੇ ਜਾਣੀ ਹੈ। ਕਿਤੇ ਇਹਨੂੰ ਗ੍ਰੰਥੀ ਲਾ ਦੇਣਗੇ, ਕਿਤੇ ਛੋਟੀ ਜਿਹੀ ਥਾਂ 'ਤੇ ਉਹ ਕਹਿੰਦੇ ਇਹਨੂੰ ਗ੍ਰੰਥੀ ਲਾ ਕੇ ਪੇਸ਼ ਕਰਨਗੇ। ਇੱਕ ਚੈਲੰਜ ਕਹਿ ਸਕਦੇ ਹਾਂ, ਅਤੇ ਉਹ ਬੱਜਰ ਕ੍ਰੈਤ ਕੀਤੀ ਵੀ ਆ, ਚਾਹੇ ਉਹ ਸੁੱਚਾ ਲੰਗਾਹ ਹੋਵੇ, ਚਾਹੇ ਕੋਈ ਵੀ ਹੋਵੇ। ਜੇਕਰ ਉਹਨਾਂ ਨੂੰ ਤਲਬ ਕੀਤਾ ਜਾਂਦਾ ਤਾਂ ਉਹਨਾਂ ਨੂੰ ਵੀ ਤਲਬ ਕਰਕੇ ਬਰਾਬਰ ਦੇ ਅਧਿਕਾਰ ਅਕਾਲੀ ਫੂਲਾ ਸਿੰਘ ਵਰਗੇ, ਚਾਹੇ ਕਿਉਂ ਰਾਜਾ ਹੀ ਕਿਉਂ ਨਾ ਹੋਵੇ, ਜੇ ਉਹ ਤੋਂ ਸੱਦ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾਵਾਂ ਦੇ ਸਕਦੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਜਥੇਦਾਰ ਲਾਇਆ ਸੀਗਾ। ਅਤੇ ਇਹ ਤਾਂ ਫਿਰ ਛੋਟੇ ਲੈਵਲ ਦੇ ਜਿਹੜੇ ਬੰਦੇ ਥੱਲੇ ਕੰਮ ਕਰਦੇ ਨੇ, ਆਪਦਾ ਜਿਹੜਾ ਘਰ ਦਾ ਜਿਹੜਾ ਕਹਿੰਦੇ ਵੀ ਰੁਜ਼ਗਾਰ ਤੋਰਿਆ ਹੋਇਆ ਇਹਨਾਂ ਨੇ, ਇੱਕ ਮੂੰਹ ਦੀ ਭਕਾਈ ਮਾਰ ਕੇ, ਇੱਕ ਇਹਨਾਂ ਨੂੰ ਜਿਹੜੇ ਡਾਲਰ ਪੈਸੇ ਜਾਂ ਵੱਡੇ ਵੱਡੇ ਕੋਈ ਰਾਜ ਭਾਗ ਇਹਨਾਂ ਨੂੰ ਜਿਹੜੇ ਮਿਲ ਜਾਂਦੇ ਨੇ। ਪਰ ਗੁਰੂ ਪਾਤਸ਼ਾਹ ਦੀ ਜਿਹੜੀ ਉਹ ਸ਼ਰਨ ਦੇ ਵਿੱਚ ਇਹ ਕਦੀ ਵੀ ਸਿਰ ਨਹੀਂ ਨੀਵਾਂ ਹੀ ਰਹਿ ਜਾਂਦਾ ਇਹਨਾਂ ਦਾ, ਜਿਹੜਾ ਵੀ ਕਦੀ ਵੀ ਇਹ ਸਿਰ ਝੁਕਾ ਕੇ ਜਾਂ ਚੱਕ ਕੇ ਜਿਹੜੇ ਪੇਸ਼ ਨਹੀਂ ਹੋ ਸਕਦੇ, ਕਿਸੇ ਤਰ੍ਹਾਂ ਵੀ ਇਹ ਉੱਥੇ ਹਾਜ਼ਰ ਨਹੀਂ ਹੋ ਸਕਦੇ ਕਿ ਜੇਕਰ ਇਹ ਸੱਚੇ ਦਿਲੋਂ ਆਉਣਗੇ ਤਾਂ ਇਹਨਾਂ ਦੀਆਂ ਕਈ ਵਾਰ ਅੰਦਰੋਂ ਬਾਸਿਸਾਂ ਆਉਣਗੀਆਂ, ਇਹਨਾਂ ਦੇ ਬੱਚੇ ਜਿਹੜੇ ਉਹ ਬਾਸਿਸਾਂ ਦੇਣਗੇ ਕਿ ਤੁਸੀਂ ਜਿਹੜੀਆਂ ਬੱਜਰ ਕ੍ਰੈਤਾਂ ਕੀਤੀਆਂ ਸੀ, ਹੁਣ ਕਿਹੜੇ ਮੂੰਹ ਨਾਲ ਤੁਸੀਂ ਇਹਨਾਂ ਦਰਬਾਰਾਂ ਦੇ ਵਿੱਚ ਜਾਂਦੇ ਹੋ। ਇਹ ਸਿਰਫ ਇਹਨਾਂ ਦੀਆਂ ਰੋਟੀਆਂ ਨੇ, ਰੋਟੀਆਂ ਸੇਕ ਰਹੇ ਨਹੀਂ, ਕੋਈ ਆਪਦੇ ਕਾਰੋਬਾਰ ਦੀਆਂ ਸੈਟਿੰਗਾਂ ਹੁੰਦੀਆਂ ਇਹਨਾਂ ਦੀਆਂ, ਕਿਸੇ ਦਾ ਕਹਿੰਦਾ ਮੇਰਾ ਹੋਟਲ ਨਾ ਹੱਥੋਂ ਨਿਕਲ ਜਾਵੇ, ਬੜੇ ਤਰ੍ਹਾਂ ਦੀਆਂ ਸੈਟਿੰਗਾਂ ਹੁੰਦੀਆਂ ਨੇ। ਇਹ ਤਾਂ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਨੂੰ ਫੈਸਲਾ ਲੈਣਾ ਚਾਹੀਦਾ ਹੈ। ਉਹਨਾਂ 'ਤੇ ਉਮੀਦਾਂ ਵੀ ਨੇ ਕੌਮ ਨੂੰ, ਕਿ ਕਹਿੰਦੇ ਕਿ ਬੜੇ ਚਿਰ ਪਿੱਛੋਂ ਇੱਕ ਵਧੀਆ ਜਥੇਦਾਰ ਮਿਲਿਆ, ਅਤੇ ਇੱਕ ਵਧੀਆ ਜਥੇਦਾਰ ਕਿਹੜੇ ਵਧੀਆ ਫੈਸਲੇ ਕਰਦਾ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ। ਉਹਦੇ ਵਿੱਚ ਫੈਸਲੇ ਤਾਂ ਆਉਂਦੇ ਨੇ, ਪਰ ਜਦੋਂ ਲੇਟ ਹੋ ਜਾਂਦੇ ਨੇ ਉਦੋਂ ਕਿਤੇ ਨਾ ਕਿਤੇ ਜ਼ਿਆਦਾਤਰ ਲੋਕਾਂ ਦੇ ਵਿੱਚ ਨਾਰਾਜ਼ਗੀ ਵੀ ਜ਼ਰੂਰ ਹੁੰਦੀ ਹੈ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।